ਜੇ ਅਸੀਂ ਪੈਨਸ਼ਨ ਲੈਣੀ ਹੈ ਕੈਨੇਡਾ ਦੇ ਵਿੱਚ ਤਾਂ ਕੈਨੇਡਾ 'ਚ ਹੀ ਰਹਿਣਾ ਜ਼ਰੂਰੀ ਹੈ। ਕੈਨੇਡਾ ਪੈਨਸ਼ਨ ਪਲਾਨ ਲੈਣ ਵਾਸਤੇ ਤੁਹਾਨੂੰ ਕੈਨੇਡਾ ਵਿੱਚ ਹੋਣਾ ਜ਼ਰੂਰੀ ਨਹੀਂ ਹੈ। ਤੁਸੀਂ ਕਿਤੇ ਵੀ ਜਾ ਰਹੇ ਹੋ ਤੁਹਾਨੂੰ ਇਹ ਪੈਨਸ਼ਨ ਉੱਥੇ ਵੀ ਮਿਲਦੀ ਰਹੇਗੀ। ਅੱਛਾ ਜੀ। ਯੈਸ ਨਾਓ ਟੈਕਸੇਸ਼ਨ ਥੋੜਾ ਜਿਹਾ ਫਰਕ ਪੈ ਜਾਂਦਾ ਹੈਗਾ ਵੈ ਡਿਪੈਂਡਿੰਗ ਦੋ ਥਾਂ ਤੇ ਦੇਣੇ ਪੈਣਗੇ ਕਿ ਦੋ ਜਗ੍ਹਾ ਤੁਹਾਨੂੰ ਟੈਕਸ ਨਾ ਪੈ ਜਾਵੇ। ਸਪੋਜ਼ $1433 ਮੈਨੂੰ ਕੈਨੇਡਾ 'ਚ ਮਿਲਦੇ ਆ, ਮੈਂ ਇੰਡੀਆ ਚਲਾ ਗਿਆ ਤਾਂ ਉੱਥੇ ਵੀ 1433 ਹੀ ਮਿਲਣਗੇ। ਕੋਈ ਫਰਕ ਨਹੀਂ ਪੈਣਾ ਜੀ, ਸੇਮ ਡਾਲਰ ਹੀ ਹੈ। ਯੈਸ ਮੀਨਸ ਆਫ ਕੋਰਸ ਤੁਸੀਂ ਕਨਵਰਟ ਕਰੋਗੇ ਤਾਂ ਰੁਪਈਏ ਬਣ ਜਾਣਗੇ। ਇਟਸ ਅ ਡਿਫਰੈਂਟ ਸਟੋਰੀ। ਅੱਛਾ, ਇੱਕ ਹੋਰ ਦੱਸੋ ਵੀ ਅਲਬਰਟਾ ਗਵਰਨਮੈਂਟ ਕਹਿ ਰਹੀ ਹੈ ਜੀ ਕਿ ਅਸੀਂ CPP ਦੀ ਥਾਂ ਤੇ ਕੈਨੇਡਾ ਪੈਨਸ਼ਨ ਪਲਾਨ ਦੀ ਥਾਂ ਤੇ ਅਲਬਰਟਾ ਪੈਨਸ਼ਨ ਪਲਾਨ ਲੈ ਕੇ ਆਉਣਾ ਹੈ ਕਿ ਜੇ ਅੱਜ ਦੀ ਡੇਟ ਦੇ ਵਿੱਚ ਆਪਾਂ ਪੈਨਸ਼ਨ ਪਲਾਨ ਆਪਣਾ ਕਰ ਲਈਏ ਜੀ ਤੇ $836 ਸਾਨੂੰ ਬਚ ਸਕਦੇ ਨੇ ਹਰ ਈਅਰ। ਆਪਾਂ ਇਹ ਕਹਿੰਦੇ ਆ ਕਿ 60 ਸਾਲ ਦੀ ਉਮਰ ਤੇ ਪੈਨਸ਼ਨ ਮਿਲਣ ਲੱਗ ਪੈਂਦੀ ਯਾਰ। 60 ਸਾਲ ਹੈ ਕਿ 65 ਸਾਲ? That is the starting point is age 60. ਸੁਰੇਸ਼ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਸਰ ਜੀ। ਆਇਆਂ ਨੂੰ ਵੈਰੀ ਗੁੱਡ ਮਾਰਨਿੰਗ, ਨਮਸਕਾਰ। ਥੈਂਕ ਯੂ ਰਿਸ਼ੀ ਜੀ, ਐਪਰੀਸ਼ੀਏਟ। ਬਹੁਤ ਸ਼ੁਕਰੀਆ ਸਰ, ਥੈਂਕ ਯੂ। ਜਦੋਂ ਅਸੀਂ ਪੈਨਸ਼ਨ ਪਲਾਨ ਦੀ ਗੱਲ ਕਰਦੇ ਹਾਂ ਤੇ ਕੌਣ ਕਿੰਨੀ ਪੈਨਸ਼ਨ ਪ੍ਰਾਪਤ ਕਰ ਸਕਦਾ ਹੁੰਦਾ? ਸੋ ਰਿਸ਼ੀ ਜੀ ਡਿਫਰੈਂਟ ਪੈਨਸ਼ਨ ਪਲਾਨਸ ਨੇ। ਆਪਾਂ ਜੇ ਗੱਲ ਕਰਦੇ ਹਾਂ ਤਾਂ ਜਿਹੜਾ ਮੇਨ ਪੈਨਸ਼ਨ ਪਲਾਨ 올ਡ ਏਜ ਸਿਕਿਉਰਿਟੀ ਜਿਹੜਾ ਆਪਣਾ ਪੈਨਸ਼ਨ ਪਲਾਨ ਹੁੰਦਾ ਹੈਗਾ ਮੈਂ ਜੀ। ਉਸ ਤੋਂ ਇਲਾਵਾ ਵੀ ਹੈਵ ਅ ਗਰੰਟਡ ਇਨਕਮ ਸਪਲੀਮੈਂਟ, ਆਪਣੇ ਅਲਬਰਟਾ ਸੀਨੀਅਰ ਬੈਨੀਫਿਟ ਜੀ। ਔਰ ਜਿਹੜਾ ਟੌਪਿਕ ਆਪਾਂ ਅੱਜ ਗੱਲ ਕਰ ਰਹੇ ਹਾਂ ਉਹ ਕੈਨੇਡਾ ਪੈਨਸ਼ਨ ਪਲਾਨ CPP ਜਿਹਦੀ ਆਪਾਂ ਗੱਲ ਕਰ ਰਹੇ ਹੈਗੇ ਹਾਂ। ਸੋ CPP ਜਿਹੜਾ ਪੈਨਸ਼ਨ ਪਲਾਨ ਹੈ, ਇਹ ਪੈਨਸ਼ਨ ਪਲਾਨ ਜਿਹੜਾ ਮੈਂਟ ਫॉर ਦਾ ਜਿਨ੍ਹਾਂ ਨੇ ਲੋਕਾਂ ਨੇ ਕੰਮ ਕੀਤਾ ਇੱਥੇ ਕੈਨੇਡਾ ਦੇ ਵਿੱਚ ਨਾ ਜੀ, ਉਹਨਾਂ ਵਾਸਤੇ ਹੈ। ਔਰ ਅਗਰ ਸਪੋਜ਼ਲੀ ਤੁਸੀਂ ਇੱਥੇ 39 ਈਅਰਸ ਤੁਸੀਂ ਕੈਨੇਡਾ ਦੇ ਵਿੱਚ 18 ਸਾਲ ਤੋਂ ਲੈ ਕੇ ਆਪਣੇ 65 ਸਾਲ ਦੇ ਵਿਚਕਾਰ ਨਾ ਅਗਰ 39 ਈਅਰਸ ਵੀ ਪੂਰਾ ਕੰਮ ਕੀਤਾ ਵੈ ਤਾਂ $1433 ਪਰ ਮੰਥ ਐਸਟਮ ਰੇਟ ਹੈ। ਹਰ ਸਾਲ ਚੇਂਜ ਹੁੰਦਾ ਹੈ, ਇਨਫਲੇਸ਼ਨ ਕਾਰਨ ਵੱਧ ਜਾਂਦਾ ਹੈਗਾ ਵੈ। ਅੱਛਾ ਜੀ। ਪਰ ਇਸ ਟਾਈਮ ਅਗਰ ਤੁਸੀਂ ਫੁੱਲ ਪੈਨਸ਼ਨ ਲੈਂਦੇ ਪਏ ਹੋ, ਅਗਰ ਫੁੱਲ ਕੰਟਰੀਬਿਊਸ਼ਨ ਕੀਤੀ ਹੈ ਔਰ 39 ਈਅਰਸ ਕੰਮ ਕੀਤਾ ਵੈ ਤੁਹਾਨੂੰ $1433 ਪਰ ਮੰਥ ਮਿਲਣਗੇ। ਅੱਛਾ, ਹੁਣ ਜਿਵੇਂ ਤੁਸੀਂ ਦੋ ਪਹਿਲਾਂ ਵੀ ਟਰਮਾਂ ਆਈਆਂ ਉਹਦੇ ਵਿੱਚ, ਇੱਕ ਸੀ GIS ਹਾਂਜੀ, ਇੱਕ ਸੀ OAS। ਇਹ 20 ਨਾਲ ਮਿਲਦੇ ਆ ਫਿਰ 1433 ਦੇ? ਹਾਂਜੀ, ਇਹ ਬਿਲਕੁਲ ਅਲੱਗ ਹੈ। ਸੋ ਕੈਨੇਡਾ ਪੈਨਸ਼ਨ ਪਲਾਨ ਹੈ, ਇਹ ਸਿਰਫ ਜਿਹੜੇ ਲੋਕ ਕੰਮ ਕਰਦੇ ਨੇ, ਜਿਨ੍ਹਾਂ ਨੇ ਕੰਮ ਕੀਤਾ, ਉਹਨਾਂ ਨੂੰ ਮਿਲਣੀ ਹੈ। ਲੇਕਿਨ 올ਡ ਏਜ ਸਿਕਿਉਰਿਟੀ GIS ਹੈਗਾ ਵੈ ਹਰ ਕੈਨੇਡੀਅਨ ਸਿਟੀਜ਼ਨ ਜੀ ਜਿਹੜਾ ਇੱਥੇ 10 ਸਾਲ ਰਹਿ ਚੁੱਕਾ ਵੈ ਔਰ 65 ਪਲੱਸ ਹੈਗਾ ਵੈ, ਓਕੇ, ਉਹ ਐਲੀਜੀਬਲ ਹੈ। ਡਜ਼ਨਟ ਮੈਟਰ ਦੇ ਕੰਮ ਕੀਤਾ। ਜੇ ਅਸੀਂ ਪੈਨਸ਼ਨ ਲੈਣੀ ਹੈ ਕੈਨੇਡਾ ਦੇ ਵਿੱਚ ਤਾਂ ਕੈਨੇਡਾ 'ਚ ਹੀ ਰਹਿਣਾ ਜ਼ਰੂਰੀ ਹੈ? ਵੈਰੀ ਗੁੱਡ ਕੁਐਸਚਨ ਜੀ। ਐਕਚੁਅਲੀ ਕੈਨੇਡਾ ਪੈਨਸ਼ਨ ਪਲਾਨ ਲੈਣ ਵਾਸਤੇ ਤੁਹਾਨੂੰ ਕੈਨੇਡਾ ਵਿੱਚ ਹੋਣਾ ਜ਼ਰੂਰੀ ਨਹੀਂ ਹੈ। ਦੈਟ ਮੀਨਸ ਕਿ ਤੁਸੀਂ ਕਿਤੇ ਵੀ ਚਲ ਜਾਂਦੇ ਹੋ। ਸਪੋਜ਼ ਤੁਸੀਂ ਪਲਾਨ ਕਰਦੇ ਕਿ ਮੈਂ ਇੱਥੇ ਕੰਮ ਕੀਤਾ ਸੀਗਾ, ਹੁਣ ਮੈਂ ਇੱਥੇ ਨਾ, ਠੰਡ ਬਹੁਤ ਜ਼ਿਆਦਾ ਵੈ, ਮੈਂ ਤਾਂ ਹੁਣ ਰਿਟਾਇਰ ਹੋਣਾ ਜੀ, ਮੈਂ ਇੰਡੀਆ 'ਚ ਆ ਰਿਹਾ ਵਾਂ, USA ਜਾ ਰਿਹਾ, ਕਿਤੇ ਵੀ ਜਾ ਰਿਹਾ ਵਾਂ। ਤੁਸੀਂ ਕਿਤੇ ਵੀ ਜਾ ਰਹੇ ਹੋ ਤੁਹਾਨੂੰ ਇਹ ਪੈਨਸ਼ਨ ਉੱਥੇ ਵੀ ਮਿਲਦੀ ਰਹੇਗੀ। ਅੱਛਾ ਜੀ। ਯੈਸ ਨਾਓ ਟੈਕਸੇਸ਼ਨ ਥੋੜਾ ਜਿਹਾ ਫਰਕ ਪੈ ਜਾਂਦਾ ਹੈਗਾ ਵੈ ਡਿਪੈਂਡਿੰਗ ਦੋ ਥਾਂ ਤੇ ਦੇਣੇ ਪੈਣਗੇ ਕਿ ਦੋ ਜਗ੍ਹਾ ਤੁਹਾਨੂੰ ਟੈਕਸ ਨਾ ਪੈ ਜਾਵੇ। ਲੇਕਿਨ ਜਨਰਲੀ ਸਾਡੇ ਕੋਲ ਵੀ ਕਾਲ them ਟੈਕਸ ਟ੍ਰੀਟੀ ਜਾਂ ਡਬਲ ਟੈਕਸੇਸ਼ਨ ਐਗਰੀਮੈਂਟ DTA ਕਹਿੰਦਾ ਉਹਨਾਂ ਨੂੰ ਜੀ। ਮਤਲਬ ਡਿਪੈਂਡਿੰਗ ਔਨ ਕਿਹੜੇ ਕੰਟਰੀ ਵਿੱਚ ਹੈਗੇ ਹੋ ਨਾ, ਅਸੀਂ ਆਪਸ ਦੇ ਵਿੱਚ ਟ੍ਰੀਟੀ ਕੀਤੀ ਹੋਈ ਹੈ। ਸਪੋਜ਼ ਇੰਡੀਆ ਹੈਗਾ ਜੀ, ਵੀ ਹੈਵ ਅ ਟੈਕਸ ਟ੍ਰੀਟੀ ਬਿਟਵੀਨ them ਕਿ ਹਾਂਜੀ ਸਾਡੀ ਇਨਕਮ ਨੂੰ ਤੁਸੀਂ ਟੈਕਸ ਨਹੀਂ ਲਗਾਓਗੇ, ਤੁਹਾਡੀ ਇਨਕਮ ਨੂੰ ਅਸੀਂ ਟੈਕਸ ਨਹੀਂ ਲਗਾਵਾਂਗੇ। ਅੱਛਾ, ਡਬਲ ਟੈਕਸੇਸ਼ਨ ਨਾ ਹੋਵੇ ਨਾ, ਕਿ ਦੋ ਜਗ੍ਹਾ ਟੈਕਸ ਨਾ ਲੱਗੇ। ਅੱਛਾ ਜੀ। ਲੇਕਿਨ ਜਿੰਨਾ ਕੰਟਰੀਜ਼ ਦੇ ਨਾਲ ਨਹੀਂ ਹੈ ਫਿਰ ਦੈਨ ਵੀ ਹੈਵ ਟੂ ਮੇਕ ਸਮ ਅਰੇਂਜਮੈਂਟ ਕਿ ਉਹ ਕਿਸ ਤਰ੍ਹਾਂ ਕ੍ਰੈਡਿਟ ਮਿਲਦਾ ਹੈ। ਲੇਕਿਨ ਐਜ਼ ਫਾਰ ਐਜ਼ ਕਿ ਤੁਸੀਂ ਕਿੱਥੇ ਰਹਿੰਦੇ ਹੋ ਉਹਦਾ ਕਾਊਂਟ ਨਹੀਂ ਕਰਦਾ। ਦੈਟ ਮੀਨਸ ਤੁਹਾਨੂੰ ਉਹ ਪੈਨਸ਼ਨ ਮਿਲਦੀ ਰਹੇਗੀ। ਸੋ ਸਪੋਜ਼ $1433 ਮੈਨੂੰ ਕੈਨੇਡਾ 'ਚ ਮਿਲਦੇ ਆ, ਮੈਂ ਇੰਡੀਆ ਚਲਾ ਗਿਆ ਤਾਂ ਉੱਥੇ ਵੀ 1433 ਹੀ ਮਿਲਣਗੇ? ਦੇਸ਼ ਛੱਡਣ ਨਾਲ ਕੋਈ ਫਰਕ ਨਹੀਂ ਪੈਣਾ? ਕੋਈ ਫਰਕ ਨਹੀਂ ਪੈਣਾ ਜੀ, ਸੇਮ ਡਾਲਰ ਹੀ ਹੈ। ਯੈਸ ਮੀਨਸ ਆਫ ਕੋਰਸ ਤੁਸੀਂ ਕਨਵਰਟ ਕਰੋਗੇ ਤਾਂ ਰੁਪਈਏ ਬਣ ਜਾਣਗੇ। ਇਟਸ ਅ ਡਿਫਰੈਂਟ ਸਟੋਰੀ। ਹੁਣ ਤੁਸੀਂ ਇਹ ਕਿਹਾ ਵੀ 39 ਸਾਲ ਜੇ ਕੰਮ ਕੀਤਾ ਤਾਂ ਤੁਹਾਨੂੰ 1433 ਮਿਲਣੇ, ਦੇ 39 ਤੋਂ ਘੱਟ ਕੀਤਾ ਹੋਵੇ ਸੋ ਪ੍ਰਪੋਰਸ਼ਨ ਚੇਂਜ ਹੋ ਜਾਂਦੀ ਹੈ। ਸੋ ਅੱਛਾ ਜੀ। I won't say ਕਿ ਸਪੋਜ਼ ਬੰਦਾ ਕਹਿੰਦਾ ਜੀ ਮੈਂ 39 ਸਾਲ ਜਗ੍ਹਾ 30 ਸਾਲ ਕੰਮ ਕੀਤਾ ਤਾਂ 75% ਮਿਲੇਗੀ। ਤੁਸੀਂ ਜ਼ਬਾਨ ਨਹੀਂ ਕਹਿ ਸਕਦੇ ਹੋ, ਰਾਈਟ? 40 ਸਾਲ 30 ਸਾਲ 75% ਬੰਦਾ ਹੈਗਾ ਵੈ, ਡਿਪੈਂਡਿੰਗ ਕਰਦਾ ਹੈਗਾ ਵੈ। ਇੱਕ ਨਾ CPP ਜਿਹੜਾ ਫਾਰਮੂਲਾ ਹੈ ਨਾ ਉਹਨੂੰ ਕੈਲਕੂਲੇਟ ਕਰਨ ਦਾ ਇਟਸ ਵੈਰੀ ਕੰਪਲੀਕੇਟਿਡ ਬਿਹਾਈਂਡ ਦ ਸੀਨਸ, ਵੈਰੀ ਕੰਪਲੀਕੇਟਿਡ ਜੀ। ਆਈ ਵਿਲ ਟੈਲ ਯੂ ਮੀਨਸ ਆਈ ਡੋਂਟ ਨੋ ਓਨੈਸਟਲੀ, ਮੈਂ ਕਹਾਂਗਾ ਨਹੀਂ ਹੈ। ਲੇਕਿਨ ਨਾ ਉਹ ਜਿਹੜਾ ਫਾਰਮੂਲਾ ਹੈ ਨਾ, ਜਨਰਲੀ ਸਪੀਕਿੰਗ ਅਗਰ ਮੈਂ ਸਰਕਾਰ ਦੀ ਫੇਵਰ ਦੇ ਵਿੱਚ ਕਹਾਂ ਜੀ, ਉਹ ਫॉर द ਬੈਨੀਫਿਟ ਆਫ ਦ ਸਿਟੀਜ਼ਨਸ ਹੀ ਹੈ। ਇਹਦਾ ਮਤਲਬ ਇਹ ਨਹੀਂ ਹੈ ਕਿ ਜੇ ਤੁਸੀਂ 30 ਸਾਲ ਕੰਮ ਕੀਤਾ ਤਾਂ 75% ਮਿਲੇਗੀ।
ਉਹਦਾ ਜਿਹੜਾ ਫਾਰਮੂਲਾ ਉਹ ਕਰਦੇ ਕੀ ਨੇ ਕਿ ਬੈਸਟ ਈਅਰਸ ਕਾਊਂਟ ਕਰਦੇ ਨੇ ਜੀ। ਨਾਓ CPP ਜਿਹੜੀ ਕੈਲਕੂਲੇਸ਼ਨ ਹੈ ਨਾ ਉਹ ਹੀ ਡਿਪੈਂਡ ਕਰਦਾ ਤੁਸੀਂ ਕਿੰਨਾ ਕੰਟਰੀਬਿਊਟ ਕੀਤਾ ਉਹਦੇ ਵਿੱਚ। ਇੱਕ ਇਹ ਵੀ ਵਰਡ ਹੈਗਾ ਵਾ। ਸੋ ਸਪੋਜ਼ ਕਿਸੇ ਦੀ ਇਨਕਮ ਸੀਗੀ $20,000 ਹਰ ਸਾਲ ਦੀ, ਜੀ। ਜਿਹੜੇ 39 ਸਾਲ ਕੰਮ ਕੀਤਾ $20,000 ਸਾਲ ਦੀ, ਜੀ। ਉਹਦਾ ਮਤਲਬ ਇਹ ਨਹੀਂ ਹੈ ਉਹਨੂੰ $1,400 ਪੈਨਸ਼ਨ ਮਿਲਣੀ। ਅੱਛਾ। ਯੈਸ, ਵਰਸਿਸ ਕਿਸੇ ਦੀ ਇਨਕਮ ਸੀਗੀ $80,000 ਸਾਲ ਦੀ all 39 years, ਹਾਂਜੀ। ਉਹਨੂੰ 1433 ਮਿਲਣੇ ਹੈ। ਅੱਛਾ। ਸੋ ਕੰਟਰੀਬਿਊਸ਼ਨ ਇਜ਼ ਆਲਸੋ ਕਾਊਂਟਡ। ਸੋ ਹੁਣ Okay. ਡਿਪੈਂਡ ਕਰਦਾ ਹੈ। ਹੁਣ ਮੈਂ ਨਹੀਂ ਕਹਿੰਦਾ ਕਿ ਹਰ ਬੰਦਾ ਇੱਕ 20,000 ਉਹਨੇ 39 ਸਾਲ 20,000 ਤੇ ਕੰਮ ਕੀਤਾ ਹੈਗਾ। ਇਨਫਲੇਸ਼ਨ ਵੀ ਵੱਧ ਗਿਆ ਹੈ, ਜੀ। ਵੱਧ ਗਿਆ ਹੋਏਗਾ ਨਾ ਔਰ ਹਾਂ। ਹੋਏਗਾ। ਸੋ ਤੁਸੀਂ ਸਟਾਰਟ ਕਰਦੇ ਹੋ ਜੋਬ 18 ਸਾਲ ਦੇ ਹੋ, ਤੁਸੀਂ ਸਟੂਡੈਂਟ ਹੈਗੇ ਹੋ, ਉਦੋਂ ਥੋੜੇ ਪੈਸੇ ਆਉਂਦੇ ਆ। 5,000 10,000 ਦਾ ਕੰਮ ਕੀਤਾ ਹੋਏਗਾ। ਜੀ, ਜੀ, ਤੁਸੀਂ ਜੀ। ਥੋੜਾ ਵੱਧ ਗਏ, ਜੋਬ ਕੀਤੀ 40,000 ਤੇ ਪਹੁੰਚ ਗਏ। ਜੀ। ਜਦ ਤੱਕ ਤੁਸੀਂ ਰਿਟਾਇਰ ਹੋਏ ਤੁਸੀਂ 1.5-2 ਲੱਖ ਕਮਾਉਂਦੇ ਸੀ। ਜੀ। ਸੋ ਡਿਫਰੈਂਟ ਈਅਰਸ ਦੀ ਡਿਫਰੈਂਟ ਕੰਟਰੀਬਿਊਸ਼ਨ ਓਕੇ। ਉਹ ਫਾਰਮੂਲਾ ਵਿੱਚ ਪਾਇਆ ਜਾਂਦਾ ਵੈ, ਉਹਦੀ ਕੈਲਕੂਲੇਸ਼ਨ ਕੀਤੀ ਜਾਂਦੀ ਹੈ, ਦੈਨ 1433 ਬੰਦੇ ਨੇ। ਓਕੇ। ਰਾਈਟ। ਸੋ ਇਹ ਫਾਰਮੂਲਾ ਕਿਹਨੂੰ ਪਤਾ ਵੈ? ਇਹ ਸਰਕਾਰ ਹੀ ਜਾਣੇ। ਸਰਕਾਰ ਹੀ ਜਾਣੇ। ਜਾਂ CRA ਜਾਣੇ। ਲੇਕਿਨ ਯੈਸ, ਮਤਲਬ ਤੁਹਾਨੂੰ ਕਿੰਨੀ ਪੈਨਸ਼ਨ ਮਿਲਣੀ ਹੈ ਇਹ ਪਤਾ ਲੱਗ ਸਕਦਾ ਹੈਗਾ ਵੈ ਡਿਪੈਂਡਿੰਗ ਔਨ ਵਿਚ ਈਅਰ ਯੂ ਆਰ। ਸੋ ਬਹੁਤ ਸਾਰੇ ਲੋਕ ਸੈਲਫ ਏਮਪਲੋਇਡ ਨੇ, ਟੈਕਸੀ ਚਲਾਉਂਦੇ ਨੇ, ਟਰੱਕ ਚਲਾਉਂਦੇ ਨੇ, ਜਾਂ ਆਪਣਾ ਬਿਜ਼ਨਸ ਹੈ ਉਹਨਾਂ ਨੂੰ ਘੱਟ ਪੈਨਸ਼ਨ ਮਿਲਦੀ ਹੈ? ਨਹੀਂ ਜੀ, ਬਿਲਕੁਲ ਨਹੀਂ। ਉਹਨਾਂ ਨੂੰ ਵੀ ਸੇਮ ਪੈਨਸ਼ਨ ਮਿਲਦੀ ਹੈ। ਇਹ ਕੋਈ ਫਰਕ ਨਹੀਂ ਹੈ ਕਿ ਤੁਸੀਂ ਬਿਜ਼ਨਸ ਕਰਦੇ ਹੋ ਜਾਂ ਤੁਸੀਂ EMPLOYE ਹੋ। ਫਰਕ ਇਹ ਹੈਗਾ ਵੈ ਕਿ ਜੇ ਤੁਸੀਂ ਸੈਲਫ EMPLOYED ਹੈਗੇ ਹੋ ਨਾ, ਤੁਸੀਂ ਇਨਕਮ ਨਹੀਂ ਸ਼ੋ ਕਰਦੇ। ਦੈਟਸ ਅਨਦਰ ਸਟੋਰੀ। ਤੁਹਾਡੀ ਕੰਟਰੀਬਿਊਸ਼ਨ ਜਿਹੜੀ ਹੈਗੀ ਨਾ ਜੀ, ਉਹ ਡਬਲ ਹੋ ਜਾਂਦੀ ਹੈ। ਉਹ ਅੱਛਾ। ਯੈਸ। ਸੋ ਜੇ ਸਪੋਜ਼ ਮੈਂ EMPLOYE ਹਾਂ, ਹਾਂਜੀ, ਤੇ ਮੈਂ CPP ਦੇ ਵਿੱਚ 20,000 ਦੀ ਹੈ ਮੇਰੀ ਇਨਕਮ ਹੈਗੀ ਹੈ, ਤਾਂ ਸਪੋਜ਼ਿਟਲੀ ਮੈਂ $1,000 ਕੰਟਰੀਬਿਊਟ ਕੀਤਾ ਹੈਗਾ ਵੈ ਜੀ, CPP ਦੇ ਵਿੱਚ। ਜੇ ਤੁਸੀਂ ਸੈਲਫ EMPLOYED ਹੋ ਨਾ, ਤੁਹਾਨੂੰ ਡਬਲ ਕਰਨਾ ਪੈਂਦਾ ਹੈ, 2,000 ਕਰਨਾ ਪੈਂਦਾ ਹੈ। ਹਾਂਜੀ। ਉਹ $1,000 ਤਾਂ CPP 'ਚ ਜਾਂਦਾ ਵੈ, 1,000 ਉਹਨਾਂ ਨੂੰ ਟੈਕਸ ਹੈਗਾ ਐਕਚੁਅਲੀ। ਅੱਛਾ। A lot of people don't realize that one। ਜਦੋਂ ਆਪਣਾ ਰਿਟਰਨ ਭਰਦੇ ਆ ਉਹ ਵਿੱਚ ਹੀ ਚਲ ਜਾਂਦੀ ਹੈ ਉਹ ਨਾ। ਰਿਟਰਨ ਇਜ਼ ਪ੍ਰੀਟੀ ਕੰਪਲੀਕੇਟਿਡ। ਤੁਸੀਂ ਸਾਰੇ ਲਾਈਨਾਂ ਪੜ੍ਹਦੇ ਪਿਓ, ਕੁਝ ਕਰਦੇ ਪਿਓ, ਨੰਬਰ ਭਰਨੇ ਹੁੰਦੇ ਆ। ਹਾਂ ਬਈ $15,000 ਪੇ ਕਰ ਦਿਓ ਟੈਕਸ। ਉਹ 15,000 ਟੈਕਸ ਤਾਂ ਪੇ ਕਰ ਦਿੱਤਾ, ਉਹ 15,000 ਵਿੱਚ ਹੋ ਸਕਦਾ ਕਿ 8,000 CPP ਹੀ ਹੋਵੇ। ਐਕਚੁਅਲ ਟੈਕਸ ਇਜ਼ ਓਨਲੀ 7,000। ਅੱਛਾ 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 ਅੱਛਾ। ਸੋ ਇਟ ਡਿਪੈਂਡ ਕਰਦਾ ਹੈਗਾ ਵੈ ਕਿ ਕਿੰਨੀ ਇਨਕਮ ਹੈ ਤੇ ਕਿੰਨਾ ਕੁਆਂਟੀ। ਲੇਕਿਨ ਯੈਸ, ਉਹਨਾਂ ਦੀ ਕੰਟਰੀਬਿਊਸ਼ਨ ਡਬਲ ਹੈ ਐਜ਼ ਅਗੇਂਸਟ ਐਨ EMPLOYE। ਓਕੇ। ਨਾਓ ਮੈਂ ਹੁਣ EMPLOYEਜ਼ ਦੀ ਗੱਲ ਕਰਾਂ ਤੇ ਇਨ ਫੇਵਰ ਆਫ EMPLOYERS ਨਾਓ ਜੀ, ਕਿ EMPLOYEਜ਼ ਸਪੋਜ਼ ਕਰੋ ਇਨਕਮ ਆ ਰਹੀ ਹੈ, ਸਪੋਜ਼ ਕਰੋ $80,000। ਜੀ। ਉਹ ਐਕਚੁਅਲੀ 80,000 ਇਨਕਮ ਨਹੀਂ ਹੈ ਉਹਨਾਂ ਦੀ, ਇਨਕਮ ਉਹਨਾਂ ਦੀ 84,000 ਹੈ 4,000 ਜਾਂ 4,000 ਹੈ। ਤੁਹਾਡੇ EMPLOYER ਨੇ ਤੁਹਾਡੀ ਪੈਨਸ਼ਨ ਦੇ ਵਿੱਚ ਉਹ ਐਕਸਟਰਾ ਪਾਇਆ ਹੈਗਾ ਵੈ। ਓਕੇ। ਹਾਫ ਤੁਸੀਂ ਪਾਉਂਦੇ ਪਏ ਹੋ, ਹਾਫ ਤੁਹਾਡਾ EMPLOYER ਪਾ ਰਿਹਾ ਹੈਗਾ ਵੈ। ਓ ਯੈਸ, ਉਹ ਤੁਹਾਨੂੰ ਨਹੀਂ ਮਿਲ ਰਿਹਾ, ਉਹ ਸਿੱਧਾ ਤੁਹਾਡੀ ਪੈਨਸ਼ਨ ਨੂੰ ਜਾ ਰਿਹਾ ਹੈਗਾ ਵੈ। ਅੱਛਾ। ਸੋ ਦੈਟਸ ਹਾਊ ਦ ਇਹ ਵੀ ਸਾਨੂੰ ਇਹਦਾ ਮਤਲਬ ਸਾਡਾ EMPLOYER ਤਾਂ ਫਿਰ ਚੰਗਾ ਆ। ਥੋੜੇ ਜਿਹੇ ਪੈਸੇ ਸਾਡੀ ਪੈਨਸ਼ਨ 'ਚ ਵੀ ਪਾ ਰਿਹਾ। ਡਿਪੈਂਡਸ ਕਰਦਾ ਜੀ ਕੌਣ ਕਿਹਨੂੰ ਸਮਝਦਾ ਹੈ, ਕਿਹਨੂੰ ਦੇਖਦਾ ਹੈਗਾ ਵੈ। ਅੱਛਾ, ਇੱਕ ਹੋਰ ਦੱਸੋ ਵੀ ਅਲਬਰਟਾ ਗੌਰਮੈਂਟ ਕਹਿ ਰਹੀ ਹੈ ਜੀ ਕਿ ਅਸੀਂ CPP ਦੀ ਥਾਂ ਤੇ, ਕੈਨੇਡਾ ਪੈਨਸ਼ਨ ਪਲਾਨ ਦੀ ਥਾਂ ਤੇ ਅਲਬਰਟਾ ਪੈਨਸ਼ਨ ਪਲਾਨ ਲੈ ਕੇ ਆਉਣਾ। ਬੜਾ ਹੌਟ ਟੌਪਿਕ ਹੈ ਜੀ। ਜੀ। ਬੈਕ ਐਂਡ ਫੋਰਥ ਚੱਲਦਾ ਵੈ। ਪਰ ਰੈਫਰੈਂਡਮ ਵੀ ਕੋਸ਼ਿਸ਼ ਕੀਤੀ ਸੀ ਇਹਦੇ ਉੱਤੇ ਕਿ ਹਾਂ ਵੀ ਕਰੀਏ। ਜਿਹੜੀ ਲੇਟੈਸਟ ਰਿਪੋਰਟ ਆਈ ਹੈ ਨਾ, ਉਹ ਲੇਟੈਸਟ ਰਿਪੋਰਟ ਇਹ ਕਹਿੰਦੀ ਹੈ, ਪਹਿਲੀ ਗੱਲ ਤਾਂ ਆਪਾਂ ਬੈਕਗਰਾਊਂਡ ਦੇਖੀਏ ਨਾ ਕਿ ਹਾਂਜੀ ਵਾਈ ਅਸੀਂ ਆਪਣਾ ਪੈਨਸ਼ਨ ਪਲਾਨ ਕਿਉਂ। ਕੁਬੈਕ ਜਿਹੜਾ ਇੱਕ ਪ੍ਰੋਵਿੰਸ ਆਪਾਂ ਮੋਸਟਲੀ ਨਿਊਜ਼ 'ਚ ਸੁਣਦੇ ਹੈਗੇ ਆ ਜੀ, ਉਹਨਾਂ ਦਾ ਆਪਣਾ ਪੈਨਸ਼ਨ ਪਲਾਨ ਹੈਗਾ QPP ਜੀ। ਅਲਬਰਟਾ ਕਹਿੰਦਾ ਹੈਗਾ, ਅਲਬਰਟਾ ਜਿਹੜਾ ਤੁਸੀਂ ਜਨਰਲੀ ਇੱਕ ਚੀਜ਼ ਨੋਟਿਸ ਕਰੋਗੇ, ਮੈਂ ਆਪਣੀ ਵੀ ਗੱਲ ਕਰਦਾ ਵਾਂ ਕਿ ਮੈਂ ਜਦੋਂ ਅਲਬਰਟਾ ਦੇ ਵਿੱਚ ਆਇਆ ਤਾਂ ਮੈਂ ਬੜਾ ਯੰਗ ਸੀਗਾ ਉਸ ਟਾਈਮ ਦੇ ਉੱਤੇ ਨਾ ਜੀ। ਅਲਬਰਟਾ ਨਾ ਯੰਗ ਪੋਪੂਲੇਸ਼ਨ ਨੂੰ ਬਹੁਤ ਇਨਵਾਈਟ ਕਰਦਾ ਹੈ। ਜਿੰਨਾ ਤੁਸੀਂ ਯੰਗ ਆਓਗੇ ਉਹਨਾਂ ਤੁਸੀਂ CPP ਜ਼ਿਆਦਾ ਪਾਓਗੇ, ਬਿਕਾਜ਼ ਤੁਸੀਂ ਹਾਲੇ ਤੁਹਾਡੇ ਕੋਲ ਲਾਈਫ ਬਹੁਤ ਹੈ। ਜੀ, ਜੀ। ਮੈਂ ਜੀ 25 ਸਾਲਾਂ ਦਾ ਸੀਗਾ, ਮੈਂ ਇੱਥੇ ਆ ਗਿਆ, ਅਲਬਰਟਾ 'ਚ ਆ ਗਿਆ। ਹੁਣ ਅਗਲੇ 30 ਸਾਲ ਮੈਂ ਅਲਬਰਟਾ 'ਚ ਕੰਮ ਕੀਤਾ ਵੈ। ਉਹ 30 ਸਾਲ ਤੁਸੀਂ ਪੈਨਸ਼ਨ ਫੰਡ ਦੇ ਵਿੱਚ ਪੈਸੇ ਪਾਉਂਦੇ ਪਿਓ। ਯੈਸ। ਦੇਖੋ CPP ਕੀ ਹੈਗਾ, ਇੱਕ ਪੈਨਸ਼ਨ ਫੰਡ ਹੈ, ਸਾਰੇ ਲੋਕ ਉਹ 'ਚ ਕੰਟਰੀਬਿਊਟ ਕਰਦੇ ਪਏ ਨੇ। ਜੋ ਤੁਸੀਂ ਰਿਟਾਇਰ ਹੁੰਦੇ ਪਏ ਹੋ ਤੁਹਾਨੂੰ ਉਹ 'ਚ ਪੈਨਸ਼ਨ ਮਿਲਦੀ ਪਈ ਹੈ।
ਅਲਬਰਟਾ ਦੇ ਵਿੱਚ ਮੋਸਟ ਜਿਹੜੇ ਬੰਦੇ ਹੈਗੇ ਨੇ ਉਹ ਯੰਗ ਨੇ, ਦੈਟ ਮੀਨਸ ਉਹ ਕੰਟਰੀਬਿਊਟ ਜ਼ਿਆਦਾ ਕਰਦੇ ਨੇ ਕੰਪੈਰੀਟਿਵਲੀ ਅਦਰ ਪ੍ਰੋਵਿੰਸਸ, Yes. ਬਿਕਾਜ਼ ਲੰਬਾ ਕਰਦੇ ਆ। ਜੀ 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 ਸੋ ਜਿਹੜੀ ਉਹਨਾਂ ਨੇ ਆਪਣੀ ਰਿਪੋਰਟ ਕੱਢੀ, ਉਹ ਕਹਿੰਦੇ ਕਿ ਅਲਬਰਟਸ ਨੇ ਜੋ CPP ਫੰਡ ਜਿਹੜੇ 'ਚ ਕੰਟਰੀਬਿਊਸ਼ਨ ਕੀਤੀ ਹੈ ਉਹ 14% ਹੈ, 14.1% ਸਮਥਿੰਗ ਨੰਬਰ ਹੈ, ਲੇਕਿਨ ਜੋ ਵਾਪਸ ਲਿੱਤਾ ਉਹ ਲੈਸ ਦੈਨ 10%। ਉਹ ਅੱਛਾ ਸੋ ਅਸੀਂ ਜ਼ਿਆਦਾ ਪਾਉਂਦੇ ਪਏ ਹਾਂ। ਸੋ ਆਈ ਥਿੰਕ ਦ ਨੰਬਰ ਬ੍ਰੌਟ ਵਾਸ ਲਾਈਕ $53 million ਫॉर ਸਮਥਿੰਗ ਇਨ ਦੇਅਰ, ਕਿ ਜ਼ਿਆਦਾ ਪਾ ਰਹੇ ਹਾਂ ਆਪਾਂ ਨਾ। ਜੀ ਤੇ ਅਲਬਰਟਾ ਗਵਰਨਮੈਂਟ ਕਹਿੰਦੀ ਕਿ ਨਾ ਜੀ, ਮੈਨੂੰ CPP ਨਾਲ ਨਹੀਂ ਲੈਣਾ, ਮੈਂ ਵੱਖਰਾ ਹੋਣ ਲੱਗਾ, ਹਾਂ ਹਾਂ ਮੈਨੂੰ ਆਪਣੇ ਪੈਨਸ਼ਨ ਪਲਾਨ ਆਪ ਬਣਾਉਣ ਦਿਓ। ਜੀ ਇੱਕ ਹੁਣ ਸਟੋਰੀ ਦੇ ਵਿੱਚ ਇਹ ਹੈਗਾ ਵੈ ਕਿ ਜੇ ਅੱਜ ਦੀ ਡੇਟ ਦੇ ਵਿੱਚ ਆਪਾਂ ਪੈਨਸ਼ਨ ਪਲਾਨ ਆਪਣਾ ਕਰ ਲਈਏ ਜੀ ਤੇ $836 ਸਾਨੂੰ ਬਚ ਸਕਦੇ ਨੇ ਹਰ ਈਅਰ। ਅੱਛਾ 27 ਤੱਕ $2700 ਤੱਕ ਬਚ ਸਕਦਾ ਵੈ ਅਲਬਰਟਨਸ ਨੂੰ ਐਜ਼ ਐਨ EMPLOYE। ਉਹ ਸੋ ਇਹਦਾ ਇਸ ਟਾਈਮ ਜਿਹੜੀ ਰੇਟ ਹੈਗੀ CPP ਜੋ ਅਸੀਂ ਕੰਟਰੀਬਿਊਟ ਕਰ ਰਹੇ ਹਾਂ, ਇਹ ਕਾਫੀ ਜ਼ਿਆਦਾ ਜਾ ਰਹੀ ਹੈਗੀ ਹੈ। ਅਲਬਰਟਾ ਕਹਿੰਦਾ ਹੈਗਾ ਕਿ ਉਹ ਮੈਂ ਰੇਟ ਨੂੰ ਆਲਮੋਸਟ ਹਾਫ ਕਰ ਦਾਂਗਾ। ਸੋ ਅਲਬਰਟਨਸ ਨੂੰ ਉਸ ਚੀਜ਼ ਦਾ ਫਾਇਦਾ ਹੋ ਜਾਏਗਾ। ਸੋ ਅਸੀਂ ਘੱਟ ਘਟਾਵਾਂਗੇ, ਵੱਧ ਲਵਾਂਗੇ। ਬਿਲਕੁਲ ਠੀਕ ਗੱਲ। ਆਈ ਥਿੰਕ ਤੁਸੀਂ ਲਾਈਨ ਨੂੰ ਬੜੀ ਸਹੀ ਜਿਹੜਾ ਬੋਲਿਆ ਜੀ ਇਟਸ ਅ ਪੋਲੀਟੀਕਲ ਲਾਈਨ ਵੀ ਟੂ, Yeah. ਇਟ ਇਜ਼ ਦ ਵੇ ਇਟ ਇਜ਼ ਬੀਇੰਗ ਐਕਸਪ੍ਰੈਸਡ ਇਨ देयर। ਇਹ ਅਸਲੀਅਤ ਹੈ ਵੀ ਇਹ। ਦੇਖੋ ਜੀ, ਜੋ ਅਗਰ ਡੇਟਾ ਦੇਖੀਏ ਆਪਾਂ, ਜੋ ਡੇਟਾ ਸਾਨੂੰ ਅਲਬਰਟਾ ਗਵਰਨਮੈਂਟ ਦੇ ਰਹੀ ਹੈ, ਕੰਪੈਰੀਟਿਵ ਕਰ ਰਹੀ ਹੈ, ਔਰ ਐਕਚੁਅਲੀ ਇੱਕ ਐਕਨੋਲਜ ਵੀ ਕੀਤਾ ਉਹਨਾਂ ਨੇ ਆਪਣੇ ਸੈਂਟਰਲ ਗਵਰਨਮੈਂਟ ਨੇ ਕਿ ਹਾਂਜੀ ਇਹ ਐਕਚੁਅਲੀ ਡੇਟਾ ਸਹੀ ਹੈ। ਅੱਛਾ ਔਰ ਗੱਲ ਵੀ ਸਹੀ ਹੈ, ਅਗਰ ਵੀ ਡੂ ਹੈਵ ਅ ਯੰਗ ਪੋਪੂਲੇਸ਼ਨ ਹੈ ਜੀ ਜੀ ਇਹ ਤਾਂ ਸਟੈਟਸ ਵੀ ਇਹੀ ਕਹਿੰਦੇ ਆ। ਵੀ ਇਹੀ ਕਹਿੰਦੇ ਨੇ। ਸੋ ਇਹ ਚੀਜ਼ ਸੱਚ ਵੀ ਹੈਗੀ ਹੈ, ਪਰ ਉਹ ਗੱਲ ਉਹੀ ਆਈ ਨਾ, ਫਿਰ ਦਿਨ ਆਪਾਂ ਨੈਸ਼ਨਲ ਚੀਜ਼ ਵੱਲ ਸੋਚਦੇ ਹਾਂ ਕਿ ਇੱਕ ਫੈਡਰਲ ਚੀਜ਼ ਸੋਚਦੇ ਹਾਂ ਕਿ ਹਾਂਜੀ ਕੈਨੇਡਾ ਦੀ ਗੱਲ ਸੋ ਯੈਸ, ਹੁਣ ਕੁਝ ਪ੍ਰੋਵਿੰਸਿਸ ਹੈਗੇ ਆ ਉੱਥੇ ਕੋਈ ਇੰਡਸਟਰੀ ਹੈ ਨਹੀਂ, ਜੀ ਜੀ ਬਿਲਕੁਲ ਹੈ ਨਹੀਂ। ਉਹ ਹੁਣ ਕੰਟਰੀਬਿਊਟ ਉਹਨਾਂ ਨੂੰ ਪੈਨਸ਼ਨ ਚਾਹੀਦੀ ਹੈ, ਉਹਨਾਂ ਵਾਸਤੇ ਅਸੀਂ ਹੈਲਪ ਕਰ ਰਹੇ ਹਾਂ। ਯਾ ਹੁਣ ਕੁਝ ਪ੍ਰੋਵਿੰਸਿਸ ਨਿਊਫੀਲੈਂਡ ਜਾਓ ਤਾਂ ਰਿਟਾਇਰੀਜ਼ ਬਹੁਤ ਨੇ ਜੀ ਰਾਈਟ, ਉਧਰ ਕੋਈ ਇੰਡਸਟਰੀ ਨਹੀਂ। ਆਪਾਂ ਆਪਣੇ ਹੀ ਦੇਖੀਏ ਅਰਬਨ, ਸੋ ਕੈਲਗਰੀ ਇਜ਼ ਅਰਬਨ ਸਿਟੀ, ਪਰ ਸਾਡੇ ਆਸ-ਪਾਸ ਜੇ ਏਡਰੀ ਹੈ ਜਾਂ ਚੈਸਟਰਮੇਅਰ ਹੈ, ਦੇ ਮੇ ਨਾਟ ਹੈਵ ਐਨੀ ਇੰਡਸਟਰੀ ਓਵਰ ਦੇਅਰ। ਸੋ ਉਸ ਹਿਸਾਬ ਨਾਲ ਸੋਚਦੇ ਹਾਂ ਤਾਂ ਪੂਰਾ ਕੈਨੇਡਾ ਵਾਈਜ਼ ਸੋਚੀਏ ਤਾਂ ਹਾਂਜੀ ਵੀ ਅਸੀਂ ਕੈਨੇਡੀਅਨਸ ਆ ਐਜ਼ ਅ ਕੰਟਰੀਬਿਊਟ ਕਰ ਰਹੇ ਹਾਂ। ਸੋ ਆਫ ਕੋਰਸ ਇਹ ਵਿਊ ਪੁਆਇੰਟਸ ਨੇ this and that way. Yes, as an Albertan, of course, as a taxpayer as well. Nobody would say I shouldn't get a break. We should get a break. ਆਪਾਂ ਇਹ ਕਹਿੰਦੇ ਆ ਕਿ 60 ਸਾਲ ਦੀ ਉਮਰ ਤੇ ਪੈਨਸ਼ਨ ਮਿਲਣ ਲੱਗ ਪੈਂਦੀ ਹੈ, ਰਿਟਾਇਰਮੈਂਟ ਏਜ 65 ਸਾਲ ਦੀ। ਇਹ ਥੋੜਾ ਜਿਹਾ ਕਲੀਅਰ ਕਰ ਦਿਓ ਸਾਨੂੰ ਵੀ ਇਹ 60 ਸਾਲ ਹੈ ਕਿ 65 ਸਾਲ? I think there's a little bit of a more secret information. I will use the word because ਲੋਕਾਂ ਨੂੰ ਸ਼ਾਇਦ ਪਤਾ ਨਹੀਂ ਹੁੰਦੀ ਹੈਗੀ ਕਈ ਵਾਰੀ। ਜੀ CPP as early as ਤੁਸੀਂ 2 ਸਾਲ ਦਾ ਬੱਚਾ ਹੈ ਨਾ, ਉਹਨੂੰ ਵੀ ਲੱਗ ਸਕਦੀ ਹੈ। ਉਹ ਅਗਰ ਤੁਸੀਂ ਬੈਕਵਰਡ ਜਾਂਦੇ ਹੋ, ਪਰ ਪਹਿਲਾਂ ਆਪਾਂ ਗੱਲ ਕਰਦੇ ਹਾਂ 60-65 ਵਾਲੀ ਵੀ ਹੈਗੀ ਨਾ। ਸੋ ਜਿਹੜੀ ਸਟੈਂਡਰਡ ਜਿਹੜੀ ਏਜ ਹੈ ਨਾ, ਸਟੈਂਡਰਡ ਕਿ ਤੁਸੀਂ CPP ਪੈਨਸ਼ਨ ਕਦੋਂ ਲੈ ਸਕਦੇ ਹੋ, ਦੈਟ ਇਜ਼ ਦ ਸਟਾਰਟਿੰਗ ਪੁਆਇੰਟ ਇਜ਼ ਏਜ 60। ਸੋ ਦੈਟ ਮੀਨਸ ਅਗਰ ਸਪੋਜ਼ ਤੁਸੀਂ ਇੱਥੇ ਕੰਮ ਕਰਦੇ ਸੀਗੇ, ਤੁਸੀਂ CPP ਦੇ ਵਿੱਚ ਕੰਟਰੀਬਿਊਟ ਕੀਤਾ ਸੀਗਾ, ਤੁਹਾਡੀ 60 ਸਾਲ ਦੀ ਉਮਰ ਹੋ ਗਈ ਹੈ, ਤੁਸੀਂ ਸਟਿਲ ਕੰਮ ਕਰਦੇ ਪਏ ਹੋ, ਕੋਈ ਪ੍ਰੋਬਲਮ ਨਹੀਂ ਹੈ। ਅੱਛਾ ਜੀ, ਤੁਸੀਂ ਪੈਨਸ਼ਨ CPP ਦੀ ਅਪਲਾਈ ਕਰ ਸਕਦੇ ਹੋ 60 ਦੇ ਉੱਤੇ। ਕੰਮ ਵੀ ਕਰ ਸਕਦੇ ਹੋ, ਪੈਨਸ਼ਨ ਲਈ ਵੀ ਅਪਲਾਈ ਕਰ ਪੈਨਸ਼ਨ ਲਈ 60 ਦੀ ਮੋਮੈਂਟ ਤੁਹਾਡੀ 60 ਦੀ ਏਜ ਹੋ ਗਈ, ਤੁਸੀਂ ਅਪਲਾਈ ਕਰ ਦਿਓ, ਤੁਹਾਨੂੰ ਪੈਨਸ਼ਨ ਮਿਲਣੀ ਸ਼ੁਰੂ ਹੋ ਸਕਦੀ ਹੈਗੀ ਹੈ। ਜਿਹੜੀ ਸਟੈਂਡਰਡ ਏਜ ਹੈਗੀ ਹੈ ਉਹ ਹੈਗੀ ਹੈ 65 ਜੀ, ਕਿ 65 ਸਾਲ ਤੋਂ ਬਾਅਦ ਤੁਸੀਂ CPP ਜਿਹੜੀ ਹੈਗੀ ਹੈ ਐਜ਼ ਅ ਰੈਗੂਲਰ CPP ਪੈਨਸ਼ਨ ਆਪਾਂ ਯੂਜ਼ ਵਰਡ ਕਰਾਂਗੇ ਤੁਸੀਂ ਲੈ ਸਕਦੇ ਹੋ। ਠੀਕ ਹੈ, ਤੁਸੀਂ ਡਿਲੇ ਕਰ ਸਕਦੇ ਹੋ ਅਪ ਟੂ ਦ ਏਜ ਆਫ 70। ਅੱਛਾ ਜੀ, ਉਸ ਤੋਂ ਬਾਅਦ ਨਹੀਂ, ਦੈਨ ਵੀ ਡਨ। ਸੋ 70 ਤੇ ਪੈਨਸ਼ਨ ਲੈਣੀ ਹੀ ਪੈਣੀ ਹੈਗੀ ਹੈ। ਓਕੇ। ਸੋ ਹੁਣ ਇਹ ਫੈਕਟ ਇੱਕ ਕੁਐਸਚਨ ਇਹੀ ਆਉਂਦਾ ਹੁੰਦਾ ਹੈ ਕਿ ਮੈਂ ਕਦੋਂ ਲਵਾਂ, 60 ਤੇ ਲੈ ਲਵਾਂ, ਫਿਰ 60 ਤੇ ਮਿਲਦੀ ਹੈ ਜੀ, ਜਿਹੜਾ ਪੈਸਾ ਪਾਕਟ 'ਚ ਆ ਗਿਆ, ਵਾਈ ਟੂ ਵੇਟ until 70 ਰਾਈਟ, ਜੀ ਅੱਜ ਲਵੋ ਰਾਈਟ। ਸੋ ਡਿਪੈਂਡਿੰਗ ਔਨ, ਪਹਿਲੀ ਗੱਲ ਤਾਂ ਆਪਾਂ ਇਹ ਕਹਿੰਦੇ ਹਾਂ ਤੁਹਾਡੀ ਸਿਚੁਏਸ਼ਨ 'ਤੇ ਡਿਪੈਂਡ ਕਰਦਾ ਵਾ ਕਿ ਤੁਸੀਂ ਕੌਣ ਹੈਗੇ ਹੋ ਜੀ। ਠੀਕ ਹੈ, ਹੁਣ ਪਹਿਲਾ ਕੁਐਸਚਨ ਜਿਹੜਾ ਤੁਹਾਨੂੰ ਯਾਦ ਰੱਖਣਾ ਚਾਹੀਦਾ, ਜੇ 60 ਦੇ ਉੱਤੇ ਪੈਨਸ਼ਨ ਲੈਂਦੇ ਹੋ ਨਾ ਤੁਸੀਂ, ਤੁਹਾਡੀ ਪੈਨਸ਼ਨ 36% ਘੱਟ ਆਏਗੀ। ਜਿਹੜੀ ਸਾਨੂੰ 65 ਤੇ ਮਿਲਣੀ ਆ, ਜਿਹੜੀ 65 ਤੇ ਮਿਲਣੀ ਹੈ ਉਹ ਤੋਂ 36% ਘੱਟ ਆਏਗੀ। ਠੀਕ ਹੈ, ਹਰ ਸਾਲ ਉਹ ਅਗਰ 60 ਤੇ ਲੈਂਦੇ ਹੋ ਤਾਂ 36% ਹੈ, 61 ਤੇ ਲੈਂਦੇ ਹੋ ਤਾਂ ਹੋਰ ਥੋੜਾ ਜਿਹਾ ਘੱਟ ਜਾਂਦਾ ਨੰਬਰ, 62 ਤੇ ਕਰਦੇ 65 ਦੇ ਉੱਤੇ ਪੂਰਾ ਹੋ ਜਾਂਦਾ ਹੈ। ਸੋ ਡਿਪੈਂਡਿੰਗ ਔਨ ਯੋਰ ਸਿਚੁਏਸ਼ਨ ਤੁਸੀਂ ਉਹ ਪੈਨਸ਼ਨ ਅਰਲੀ ਲੈ ਸਕਦੇ ਹੋ, ਪਰ ਤੁਹਾਨੂੰ ਘੱਟ ਮਿਲੇਗੀ ਉਹ ਚੀਜ਼ ਦੀ ਜੀ। ਸੈਕਿੰਡ ਚੀਜ਼ ਤੁਸੀਂ ਨੋਟਿਸ ਇਹ ਕਰਨੀ ਹੈ ਕਿ ਜੇ ਆਪਾਂ ਮੈਂਟਲ ਮਾਈਂਡ ਰੱਖਿਆ ਕਿ 65 ਦੇ ਉੱਤੇ ਮੈਂ ਰਿਟਾਇਰ ਹੋ ਜਾਣਾ ਹੈਗਾ ਵਾ ਜੀ, ਸਾਰੇ ਰਿਟਾਇਰ ਹੋ ਜਾਂਦੇ ਆ ਤੇ 65 ਤੋਂ ਬਾਅਦ ਪੈਨਸ਼ਨ ਸ਼ੁਰੂ ਕਰਦੇ ਹੋ, ਤੁਹਾਡੀ ਇਨਕਮ ਲੋ ਇਨਕਮ ਹੈਗੀ ਹੈ, ਸ਼ਾਇਦ ਤੁਹਾਨੂੰ ਇਨਕਮ ਟੈਕਸ ਨਹੀਂ ਪੇ ਕਰਨਾ ਪਵੇਗਾ।
ਹੁਣ ਤੁਸੀਂ 60 ਦੇ ਉੱਤੇ ਪੈਨਸ਼ਨ ਲੈਂਦੇ ਹੋ, ਤੁਸੀਂ ਜੌਬ ਵੀ ਕਰਦੇ ਪਏ ਹੋ, ਕੰਮ ਵੀ ਕਰਦੇ ਪਏ ਹੋ, ਜਾਂ ਤੁਹਾਨੂੰ ਉਹਦਾ ਟੈਕਸ ਵੀ ਪੇ ਕਰਨਾ ਪੈਣਾ ਹੈ। ਉਹ ਪੈਨਸ਼ਨ ਤੇ ਵੀ? ਸੋ CPP ਪੈਨਸ਼ਨ ਇੱਕ ਨਾਲ ਆਪਾਂ ਨਾਲ ਅਟੈਚ ਕਰ ਦਈਏ ਕਿ ਇਹ ਟੈਕਸੇਬਲ ਹੈ, ਇਹ ਅੱਛਾ, ਫ੍ਰੀ ਨਹੀਂ ਹੈਗੀ। ਓਕੇ। ਸੋ ਜੇ ਸਪੋਜ਼ ਤੁਹਾਨੂੰ $1000 ਪੈਨਸ਼ਨ ਮਿਲਦੀ ਹੈ, ਜੀ। ਔਰ ਤੁਸੀਂ ਲੋ ਇਨਕਮ 'ਚ ਹੈਗੇ ਹੋ, ਇਸ ਟਾਈਮ ਉਹਦੀ ਰੇਟ 24% ਹੈਗੀ ਹੈ, ਵੀ $240 ਤੋਂ ਟੈਕਸ ਪੇ ਹੋਣਾ ਉਹਦੇ ਵਿੱਚੋਂ। ਓਕੇ, ਸੋ ਤੁਹਾਨੂੰ ਪਾਕਟ 'ਚ $760 ਆਣੇ, 1000 ਨਹੀਂ ਆਣਾ ਹੈਗਾ। ਓਕੇ ਇਹ ਟੈਕਸ ਲੱਗਦਾ ਉਹਦੇ ਤੇ। ਜੀ। ਯੈਸ, ਹੁਣ ਅਗਰ ਤੁਹਾਡੀ ਕੋਈ ਹੋਰ ਇਨਕਮ ਨਹੀਂ ਹੈ, ਜੀ। ਸ਼ਾਇਦ ਤੁਸੀਂ ਟੈਕਸ ਜ਼ੀਰੋ, ਹਾਂ ਹਾਂ, ਕਿਉਂਕਿ ਪਹਿਲੇ 15-16 ਹਜ਼ਾਰ ਤੱਕ ਟੈਕਸ ਲੱਗਦਾ ਹੀ ਨਹੀਂ ਹੈਗਾ, ਵੈਸੇ ਨਹੀਂ ਲੱਗਦਾ ਜੀ ਹੈਗਾ। ਜੀ ਜੀ। ਸੋ ਲੇਕਿਨ ਅਗਰ 60 ਤੇ ਪੈਨਸ਼ਨ ਲੈ ਲਈ, ਇੱਕ ਤਾਂ ਤੁਹਾਨੂੰ 36% ਦੀ ਮਾਰ ਹੋ ਪਈ, ਹਾਂਜੀ ਪਲੱਸ ਤੁਹਾਨੂੰ 25% ਟੈਕਸ ਵੀ ਪੈ ਗਿਆ, ਹਾਂ, ਰਾਈਟ। ਸੋ ਜੇ ਜ਼ਬਾਨੀ ਮੈਂ ਕਹਾਂ ਕਿ $1000 ਦੀ ਗੱਲ ਕਰੀਏ, ਤਾਂ ਪਹਿਲੀ ਗੱਲ ਤਾਂ $360 ਕੱਟੇ ਗਏ, ਜੀ 640 ਰਹਿ ਗਿਆ। ਜੀ। ਹੁਣ 25% ਤੇ ਟੈਕਸ ਲਗਾ 160 ਹੋਰ ਗਏ, ਲੈ। 480 ਰਹਿ ਗਿਆ, 52% ਕੱਟਿਆ ਗਿਆ। 52% ਕੱਟਿਆ ਗਿਆ। ਸੋ ਵਾਚ ਆਊਟ ਕਿ ਜੇ 60 ਤੇ ਪੈਨਸ਼ਨ ਲੈਣੀ ਹੈ ਤੇ ਮਾਰ ਜਿਹੜਾ ਜ਼ਿਆਦਾ ਹੈਗੀ ਹੈ। ਅੱਛਾ, ਹੁਣ ਜਿਹੜੇ ਪੈਸੇ ਸਾਨੂੰ 65 ਤੇ ਮਿਲਨੇ ਸੀ, ਉਹ ਮੈਂ ਲੈ ਲਿਆ 60 ਦੇ ਉੱਤੇ, ਤਾਂ ਕੀ ਉਹਦੇ ਤੇ ਵੀ ਅਸਰ ਪਏਗਾ ਫਿਰ? ਹਾਂਜੀ, ਬਿਲਕੁਲ ਸੇਮ ਨਾਲ ਹੀ ਹੈ ਜੀ, ਉਹਦੇ ਨਾਲ ਹੀ ਰੇਟ ਉਹਦੀ। ਤੁਸੀਂ ਅਰਲੀ ਪੈਸੇ ਲੈ ਲਏ ਜੀ। ਦੇਖੋ ਨਾ, ਹੁਣ ਦੂਸਰੇ ਪਾਸੇ ਆਪਾਂ ਦੇਖੀਏ, ਉਹ ਕਹਿੰਦਾ ਭਈ ਜੇ ਤੁਸੀਂ ਅਕਾਊਂਟੈਂਟ ਹੋ, ਉਹਦੀ ਮੈਥਮੈਟਿਕਸ ਦੀ ਜਾਣਦੇ ਹੋ, ਤੁਹਾਨੂੰ 5 ਸਾਲ ਐਕਸਟਰਾ ਪੈਸੇ ਵੀ ਤਾਂ ਮਿਲੇ ਨਾ। ਹਾਂਜੀ ਬਿਲਕੁਲ ਠੀਕ ਉਹਦੇ ਕਿੰਨੇ ਹੈ ਨਾ, ਯਾ ਜੇ ਮੈਂ ਸਪੋਜ਼ 480 ਦੀ ਗੱਲ ਕਰਦਾ ਵਾਂ, ਬਾਰੋ 5-60 $6000 ਰਫਲੀ ਸਾਲ ਦਾ, $30,000 ਐਕਸਟਰਾ ਵੀ ਆਇਆ ਨਾ, ਬਿਲਕੁਲ ਠੀਕ ਹੈ। ਪਰ ਤੁਹਾਡੀ ਪੈਨਸ਼ਨ ਘਟ ਜਾਂਦੀ ਹੈ ਅੱਗੋਂ ਵੀ। ਪੈਨਸ਼ਨ ਘਟ ਜਾਣੀ, ਫਿਰ 65 ਤੇ ਹੀ ਲੈਣੀ ਚਾਹੀਦੀ ਹੈ। ਸੋ ਡਿਪੈਂਡ ਕਰਦਾ ਜੀ। ਅਨਫੋਰਚੂਨੇਟਲੀ ਅਗਰ ਸਪੋਜ਼ ਕਿਸੇ ਦੇ ਸਰਕਮਸਟੈਂਸਿਸ ਇਦਾਂ ਦੇ ਹੈਗੇ ਨੇ ਕਿ ਕੋਈ ਬੰਦਾ ਟਰਮੀਨਲੀ ਇਲ ਹੈ, ਜੀ, ਕੈਂਸਰ ਜੀ। ਪੇਸ਼ੈਂਟ ਹੈ, ਉਹਦੀ ਲਾਈਫ ਸਪੈਨ ਘੱਟ ਹੈਗਾ ਵੈ, ਜੀ ਜੀ, ਤੇ ਉਹ ਕਹਿੰਦਾ ਮੈਂ 60 ਤੇ ਹੀ ਲਵਾਂ, ਕੀ ਪਤਾ ਬਾਅਦ ਚੋਂ ਪਤਾ ਨਹੀਂ ਹਾਂ ਕਿੰਨਾ ਕਿੰਨੇ ਸਾਲ ਟਾਈਮ ਹੈ। ਮਿਲਣੇ ਯੈਸ। ਅੱਛਾ, ਇੱਕ ਹੋਰ ਦੱਸੋ, ਕਈ ਬੰਦੇ ਤਕੜੇ ਆ, 65 ਤੋਂ ਬਾਅਦ ਵੀ ਕੰਮ ਕਰ ਲੈਂਦੇ ਆ, ਕੰਮ ਕਰ ਸਕਦੇ ਆ, ਕਰਦੇ ਵੀ ਆ, ਕੀ ਉਹ ਕੰਟਰੀਬਿਊਟ ਵੀ ਕਰਦੇ ਆ 65 ਤੋਂ ਬਾਅਦ? ਗੁੱਡ, ਵੈਰੀ ਗੁੱਡ ਕੁਐਸਚਨ ਜੀ। ਇਹ ਕੁਐਸਚਨ ਨਾ ਬੜੀ ਵਾਰੀ ਆਂਦਾ ਹੈ, ਔਰ ਕਈ ਵਾਰੀ ਬੜੇ ਲੋਕਾਂ ਨੇ ਮਿਸ ਕੀਤਾ ਹੋਇਆ ਵੈ। ਓਕੇ, ਅਗਰ ਤੁਸੀਂ 60 ਦੇ ਉੱਤੇ ਪੈਨਸ਼ਨ ਸ਼ੁਰੂ ਕੀਤੀ ਹੈ, ਆਪਾਂ ਉੱਥੋਂ ਸ਼ੁਰੂ ਕਰੀਏ, ਤਾਂ ਤੁਸੀਂ ਕੰਮ ਕਰਦੇ ਪਏ ਹੋ, ਤੁਹਾਨੂੰ CPP 'ਚ ਪਾਣਾ ਕੰਪਲਸਰੀ ਹੈ 65 ਤੱਕ? ਯਾ 65 ਤੱਕ। 65 ਤੇ ਜਦੋਂ ਤੁਹਾਨੂੰ ਪੈਨਸ਼ਨ ਮਿਲ ਜਾਂਦੀ ਹੈਗੀ ਹੈ, ਉਸ ਤੋਂ ਬਾਅਦ ਤੁਹਾਡੀ ਆਪਸ਼ਨ ਆ ਜਾਂਦੀ ਹੈ ਕਿ ਤੁਸੀਂ ਪੈਨਸ਼ਨ 'ਚ ਪਾਣੇ ਜਾਂ ਨਹੀਂ ਪਾਣੇ, ਤੁਹਾਡੀ ਮਰਜ਼ੀ ਹੈ। ਅੱਛਾ ਜੀ। ਅਗਰ ਤੁਸੀਂ ਪੈਨਸ਼ਨ 'ਚ ਪਾਉਂਦੇ ਹੋ, there is something a new benefit called post retirement benefit, ਇੱਕ ਹੋਰ ਨਵੀਂ ਪੈਨਸ਼ਨ ਆ ਜਾਂਦੀ ਹੈ। ਅੱਛਾ ਜੀ। ਨਾਮ ਉਹਦਾ ਵੱਖਰਾ ਹੈ, ਪੋਸਟ ਰਿਟਾਇਰਮੈਂਟ ਬੈਨੀਫਿਟ, ਪਰ CPP ਦੇ ਵਿੱਚ ਹੀ ਐਡ ਹੋ ਜਾਂਦਾ ਹੈਗਾ, ਇਸ ਕਰਕੇ ਆਪਾਂ ਨੂੰ ਵੱਖਰਾ ਨਹੀਂ ਬੋਲਦੇ ਹੈਗੇ ਜੀ। ਉਹ ਜਿਹੜੀ ਪੈਨਸ਼ਨ ਤੁਹਾਡੀ ਵਧਾ ਦਿੰਦਾ ਹੈ ਅਗਰ ਤੁਸੀਂ 65 ਤੋਂ ਬਾਅਦ ਵੀ ਕੰਟਰੀਬਿਊਟ ਕਰਦੇ ਹੈਗੇ ਹੋ, ਠੀਕ ਹੈ। ਲੇਕਿਨ ਅਗਰ 65 ਤੋਂ ਬਾਅਦ ਤੁਸੀਂ ਪੈਨਸ਼ਨ ਨੂੰ ਰੋਕਣਾ ਵੈ, ਕਿ ਸੌਰੀ ਕੰਟਰੀਬਿਊਸ਼ਨ ਨੂੰ ਰੋਕਣਾ ਹੈਗਾ ਵੈ, ਕਿ ਹਾਂ ਵੀ ਮੈਂ ਜਿੰਨੇ ਪੈਸੇ ਪਾ ਰਿਹਾ ਉਹਨੇ ਮੈਨੂੰ ਵਾਪਸ ਨਹੀਂ ਉਹਨੇ ਆਣੇ ਹੈਗੇ, ਦੈਨ ਯੂ ਹੈਵ ਟੂ ਫਿਲ ਅ ਫਾਰਮ ਦਾ ਨੰਬਰ, ਇੱਕ ਬੰਦਾ ਜੇ ਕੋਈ ਸੁਣਦਾ ਪਿਆ ਉਹਨੂੰ ਨੋਟ ਕਰ ਲੈ, CPT 30 ਜੀ। ਚਾਰਲੀ ਪੀਟਰ ਟॉम 30 ਆਪਣਾ ਨਾ। ਇਹ ਫਾਰਮ ਭਰਨਾ ਜ਼ਰੂਰੀ ਹੈ। ਜੇ ਫਾਰਮ ਤੁਸੀਂ ਨਹੀਂ ਭਰਦੇ, ਤੁਹਾਡੀ ਕੰਟਰੀਬਿਊਸ਼ਨ ਕੰਟੀਨਿਊ ਰਹੇਗੀ। ਇਹ ਫਾਰਮ ਬੜੀ ਵਾਰੀ ਮਿਸ ਹੋ ਜਾਂਦਾ ਹੈ, ਅੱਛਾ, ਲੋਕ ਭਰਦੇ ਨਹੀਂ ਹੈਗੇ। CPT 30 ਇਹ ਫਾਰਮ ਭਰ ਕੇ ਆਪਣੇ EMPLOYER ਨੂੰ ਕਾਪੀ ਦੇਣੀ ਹੈ, ਔਰ CRA ਨੂੰ ਕਾਪੀ ਭੇਜਣੀ ਹੈਗੀ ਹੈ, ਅੱਛਾ ਜੀ, ਤਾਂ ਤੁਹਾਡਾ ਕੰਟਰੀਬਿਊਸ਼ਨ ਰੁਕੇਗੀ। ਅਦਰਵਾਈਜ਼ 70 ਸਾਲ ਤੱਕ ਉਹ ਚੱਲਦੀ ਰਹੇਗੀ। 70 ਤੋਂ ਬਾਅਦ ਕੋਈ ਕੰਟਰੀਬਿਊਸ਼ਨ ਨਹੀਂ ਹੈ। 70 ਤੋਂ ਬਾਅਦ ਕੰਟਰੀਬਿਊਸ਼ਨ ਨਹੀਂ ਹੈ। ਕਈ ਵਾਰੀ ਇੱਦਾਂ ਲੱਗਦਾ ਕਿ ਮੇਰੀ ਜੌਬ ਚਲੀ ਗਈ ਤੇ ਹੁਣ ਮੈਨੂੰ ਕੋਈ ਕੰਮ ਮਿਲਦਾ ਨਹੀਂ ਪਿਆ, ਤੇ ਮੈਨੂੰ ਹੁਣ ਪੈਸਾ ਚਾਹੀਦਾ, ਕੀ ਮੈਂ ਪੈਨਸ਼ਨ ਅਪਲਾਈ ਕਰ ਸਕਦਾ? ਵੈਰੀ ਗੁੱਡ ਕੁਐਸਚਨ ਜੀ। ਇਹ ਬੜੀ ਵਾਰੀ ਕੁਐਸਚਨ ਆਉਂਦਾ ਜੀ ਕਿ ਜੌਬ ਵੀ ਚਲੀ ਗਈ ਹੈ, ਮਿਲਦੀ ਨਹੀਂ ਪਈ, ਰਿਸੈਸ਼ਨ ਚੱਲਦਾ ਪਿਆ ਹੈਗਾ ਵੈ, ਮੇਰੇ ਕੋਲ ਪੈਸਾ ਬਿਲਕੁਲ ਨਹੀਂ ਹੈਗਾ, EI ਅਪਲਾਈ ਕੀਤੀ ਹੈ, ਬਹੁਤ ਥੋੜੀ EI ਮਿਲਦੀ ਪਈ ਹੈ, ਉਹ ਪੈਸੇ ਇਨਫ ਨਹੀਂ ਹੈਗੇ, ਮੈਂ ਇੰਨੇ ਸਾਲ ਪੈਨਸ਼ਨ ਪਲਾਨ 'ਚ ਪੈਸੇ ਪਾਏ ਨੇ, ਮੈਨੂੰ ਦੇ ਦਿਓ ਵਾਪਸ ਪਲੀਜ਼, ਰਾਈਟ। ਮੇਰਾ ਪੈਸਾ ਹੀ ਪਾਇਆ ਨਾ, ਮੇਰਾ ਹੀ ਫੰਡ 'ਚ ਪੈਸਾ ਹੈ, ਮੇਰੀ ਪੈਨਸ਼ਨ ਹੁਣੇ ਸ਼ੁਰੂ ਕਰ ਦਿਓ, 45 ਤੇ ਸ਼ੁਰੂ ਕਰ ਦਿਓ, 40 ਤੇ ਸ਼ੁਰੂ ਕਰ ਦਿਓ। ਨਹੀਂ, ਅਨਫੋਰਚੂਨੇਟਲੀ ਨੋਟ ਜੀ। Okay. It's not an employment insurance kind of a plan ਜਾਂ replacement plan. ਸੋ ਇਹਦੇ 'ਚ ਤੁਹਾਨੂੰ ਉਹਦੀ ਪੈਸੇ ਵਾਪਸ ਨਹੀਂ ਆ, ਉਹ ਤੁਹਾਨੂੰ ਵੇਟ ਹੀ ਕਰਨੀ ਪੈਣੀ ਹੈ 60 ਜਾਂ 65 ਦੀ, ਜਦੋਂ ਪੈਨਸ਼ਨ ਮਿਲਣੀ ਹੈਗੀ ਹੈ। ਉਦੋਂ ਤੱਕ ਤਾਂ ਭਾਵੇਂ ਬੰਦਾ ਘੜੇ ਚੋ ਜਵੇ, ਤਾਂ ਫਿਰ ਬੜਾ ਔਖਾ ਕੰਮ ਹੈ, ਪੈਸੇ ਤਾਂ ਗਏ ਅਨਫੋਰਚੂਨੇਟਲੀ ਜੀ। ਤੇ ਕੀ ਇਹ ਵੀ ਹੋ ਸਕਦਾ ਕਿ ਜਿਵੇਂ ਆਪਾਂ ਸ਼ੁਰੂ 'ਚ ਹੀ ਗੱਲ ਕੀਤੀ ਸੀ, ਤੁਸੀਂ ਕਿਹਾ ਵੀ ਜੇ ਤੁਸੀਂ ਮੁਲਕ ਛੱਡ ਜਾਂਦੇ ਹੋ ਤਾਂ ਵੀ ਤੁਹਾਨੂੰ ਪੈਨਸ਼ਨ ਤੁਹਾਡੀ ਮਿਲਦੀ ਰਹੇਗੀ, ਉਹ ਡਿਪੈਂਡ ਕਰਦਾ ਜਿਹੜੀਆਂ ਸਾਡੀਆਂ ਟਰੀਟੀਜ਼ ਹੋਈਆਂ ਨੇ, ਪਰ ਕੀ ਇਹ ਵੀ ਹੋ ਸਕਦਾ ਕਿ ਮੈਂ
ਹੁਣ ਆਉਣਾ ਹੀ ਨਹੀਂ ਮੁੜ ਕੇ ਕੈਨੇਡਾ ਦੇ ਵਿੱਚ, ਤਾਂ ਮੇਰੇ ਪੈਸੇ ਇਕੱਠੇ ਹੀ ਮੈਨੂੰ ਦੇ ਦਿਓ। ਅਗੇਨ ਵੈਰੀ ਗੁੱਡ ਕੁਐਸਚਨ ਜੀ। ਲਮਸਮ ਅਮਾਉਂਟ ਕਿ ਹਾਂਜੀ, ਇਹਨੂੰ ਆਪਾਂ ਵਰਡ ਯੂਜ਼ ਕਰਦੇ ਹਾਂ ਕਮਿਊਟਡ ਪੈਨਸ਼ਨ। ਕਮਿਊਟਡ ਪੈਨਸ਼ਨ। ਕਮਿਊਟਡ ਪੈਨਸ਼ਨ ਇਹ ਜੇ ਤੁਸੀਂ ਸਪੋਜ਼ ਤੁਸੀਂ ਕਿਸੇ ਹੋਰ ਪੈਨਸ਼ਨ ਪਲਾਨ ਦੇ ਹੈਗੇ ਹੋ, ਹੁਣ ਆਪਾਂ ਤਾਂ ਪੈਨਸ਼ਨ ਕੀਤੀ ਨਾ, ਇਹ ਹੈਗੀ ਹੈ ਫੈਡਰਲ ਪੈਨਸ਼ਨ ਜਿਹੜੀ ਕੰਪਲਸਰੀ ਪੈਨਸ਼ਨ ਹੈਗੀ ਹੈ, ਆਪਾਂ ਕਹਿੰਦੇ ਆ ਕੰਪਲਸਰੀ ਕੰਟਰੀਬਿਊਸ਼ਨ ਹੈ। ਹੁਣ ਡਿਪੈਂਡਿੰਗ ਔਨ ਤੁਸੀਂ ਕਿਹਦੇ ਵਾਸਤੇ ਕੰਮ ਕਰਦੇ, ਫੋਰ ਐਗਜ਼ਾਮਪਲ ਗਵਰਨਮੈਂਟ ਵਾਸਤੇ ਕੰਮ ਕਰਦੇ ਹੋ, ਸਿਟੀ ਆਫ ਕੈਲਗਰੀ ਲਈ ਕੰਮ ਕਰਦੇ ਹੋ, ਕੈਲਗਰੀ ਟ੍ਰਾਂਜ਼ਿਟ ਲਈ ਕੰਮ ਕਰਦੇ ਹੋ, ਆਇਲ ਐਂਡ ਗੈਸ ਕੰਪਨੀ ਜਿਹਦੇ ਕੋਲ ਆਪਣਾ ਪੈਨਸ਼ਨ ਫੰਡ ਆਪਣਾ ਹੈਗਾ ਵੈ, ਤੁਸੀਂ ਕੰਮ ਕਰਦੇ ਹੋ, ਤੁਹਾਡੀ ਇੱਕ ਉਹ ਵੀ ਕੰਮ ਦੀ ਪੈਨਸ਼ਨ ਹੈਗੀ ਹੈ। ਸੋ ਵੱਖਰੀ ਪੈਨਸ਼ਨ ਹੈ ਉਹ ਤੁਹਾਡੀ, ਉਹ ਡਿਪੈਂਡਿੰਗ ਔਨ ਤੁਸੀਂ ਕਿੱਥੇ ਕੰਮ ਕੀਤਾ, ਸੁਪਰ ਸਟੋਰ 'ਚ ਕੰਮ ਕਰਦੇ ਹੋ, ਤੁਹਾਡੀ ਪੈਨਸ਼ਨ ਇੱਕ ਹੋਰ ਵੀ ਹੈਗੀ ਹੈ। ਉਹ ਪੈਨਸ਼ਨ ਜਿਹੜੀ ਹੈਗੀ ਉਹ ਪ੍ਰਾਈਵੇਟ ਪੈਨਸ਼ਨ ਕਹਿੰਦੇ ਆਪਾਂ, ਪ੍ਰਾਈਵੇਟ ਪੈਨਸ਼ਨ ਪਲਾਨ ਜੀ। ਉਹਨੂੰ ਜਦੋਂ ਤੁਸੀਂ ਪੈਨਸ਼ਨ 60 ਸਾਲ ਦੇ ਹੋ ਜਾਂਦੇ ਹੋ, ਜਾਂ ਤੁਸੀਂ ਡਿਪੈਂਡਿੰਗ ਔਨ ਜੋ ਤੁਹਾਡੀ ਏਜ ਹੈਗੀ ਹੈ, ਤੁਹਾਡੇ ਕੋਲ ਆਪਸ਼ਨ ਹੁੰਦੀ ਹੈ ਕਮਿਊਟ ਕਰਨ ਦੀ, ਕਿ ਮਤਲਬ ਤੁਸੀਂ ਨਾ, ਉਹ ਤੁਹਾਨੂੰ ਆਪਸ਼ਨ ਦਿੰਦੇ ਆ ਕਿ ਭਈ ਤੂੰ ਇੱਦਾਂ ਕਰ, ਜਾਂ ਤਾਂ ਰਿਟਾਇਰ ਹੋ ਰਿਹਾ ਇਕੱਠਾ ਮੇਰੇ ਕੋਲ $2 ਮਿਲੀਅਨ ਲੈ ਲੈ, ਇਕੱਠੇ ਲੈ ਲੈ, ਜਾਂ ਤੁਸੀਂ ਮੇਰੇ ਕੋਲੋਂ ਮਹੀਨੇ ਦੇ $4,000 ਲੈ ਲਓ। ਅੱਛਾ ਜੀ, ਉਹਨੂੰ ਤੁਸੀਂ ਇਕੱਠਾ ਕਰ ਸਕਦੇ ਹੈਗੇ ਹੋ। ਸੋ ਚੁਆਇਸ ਹੈ ਤੁਹਾਡੀ ਕਿ ਤੁਸੀਂ ਹਰ ਮਹੀਨੇ ਤੁਹਾਡੀ ਪੈਨਸ਼ਨ ਆਏਗੀ $2,000, ਜਾਂ ਤੁਸੀਂ ਇਕੱਠਾ ਲੈ ਲਵੋ $4 ਲੱਖ, ਸਾਡਾ ਪਿੱਛਾ ਛੱਡੋ ਮਹੀਨੇ ਜੀ, ਠੀਕ ਹੈ। ਕਮਿਊਟਡ ਪੈਨਸ਼ਨ, CPP ਦੇ ਕੋਲ ਉਹ ਚੀਜ਼ ਕੋਈ ਨਹੀਂ ਹੈਗੀ। CPP ਦੇ ਕੋਲ ਇੱਕ ਮੰਥਲੀ ਹੀ ਪੈਨਸ਼ਨ ਹੈਗੀ ਹੈ, ਤੁਹਾਨੂੰ ਉਹੀ ਮਿਲਣੀ ਹੈਗੀ, ਤੁਹਾਨੂੰ ਕਮਿਊਟਡ ਪੈਨਸ਼ਨ ਨਹੀਂ ਮਿਲਣੀ ਜੀ। ਓਕੇ, ਸੋ ਲਮਸਮ ਨਹੀਂ ਲੈ ਸਕਦੇ। ਸੋ ਮੈਂ ਹੁਣ ਕੰਟਰੀਬਿਊਟ ਕਰ ਰਿਹਾ ਆਪਣੀ ਪੈਨਸ਼ਨ ਦੇ ਵਿੱਚ, ਪਰ ਮੇਰੀ 60 ਸਾਲ ਤੋਂ ਪਹਿਲਾਂ ਮੇਰੀ ਮੌਤ ਹੋ ਜਾਂਦੀ ਹੈ, ਉਸ ਕੇਸ ਵਿੱਚ ਮੇਰੇ ਪੈਸੇ ਦਾ ਕੀ ਬਣੇਗਾ? ਸੋ ਆਪਾਂ ਬੈਕਵਰਡ ਜਾਂਦੇ ਜੀ, ਆਪਾਂ ਥੋੜ੍ਹੀ ਦੇਰ ਪਹਿਲਾਂ ਕੁਐਸਚਨ ਕਰਕੇ 2 ਸਾਲ ਦੇ ਬੱਚੇ ਨੂੰ ਪੈਨਸ਼ਨ ਮਿਲ ਜਾਂਦੀ। ਹਾਂਜੀ ਹਾਂਜੀ, ਅਸੀਂ ਉਹਨੂੰ ਕਹਿੰਦੇ ਜੀ ਸਰਵਾਈਵਰ ਪੈਨਸ਼ਨ ਜੀ। ਸੋ ਇੱਕ ਇਹ ਵੀ ਚੀਜ਼ ਜਿਹੜੀ ਨਾ ਬੜੀ ਮਿਸ ਹੋ ਜਾਂਦੀ ਹੈਗੀ ਹੈ, ਇਹ ਮੈਂ ਇੱਕ ਟਿਪ ਦੇ ਰਿਹਾ ਹੈਗਾ ਵਾ ਨਾ, ਕਈ ਲੋਕਾਂ ਨੂੰ ਪਤਾ ਹੀ ਨਹੀਂ ਹੈ ਕਿ ਬੰਦਾ ਪਾਸ ਅਵੇ ਹੋ ਗਿਆ, ਉਸ ਤੋਂ ਬਾਅਦ ਉਹ ਪੈਨਸ਼ਨ ਕਹਿੰਦੇ ਜੀ ਹੁਣ ਤਾਂ ਪੰਗਾ ਹੀ, ਹੋਰ ਕਿਸੇ ਨੇ ਅਪਲਾਈ ਨਹੀਂ ਕੀਤਾ। ਉਹ ਐਕਚੁਅਲੀ ਤੁਹਾਡੇ ਬੱਚਿਆਂ ਨੂੰ ਪੈਨਸ਼ਨ ਵੀ ਮਿਲ ਸਕਦੀ ਹੈ, ਤੁਹਾਡੀ ਸਪਾਊਸ ਨੂੰ ਵੀ ਪੈਨਸ਼ਨ ਮਿਲ ਸਕਦੀ ਹੈ। ਤੁਹਾਡੀ ਡੈਥ ਤੋਂ ਬਾਅਦ ਤੁਹਾਡੀ ਵਾਈਫ ਨੂੰ, ਜੋ ਵੀ ਸਰਵਾਈਵਰ ਹੋਏਗਾ, ਉਹਨਾਂ ਨੂੰ ਉਹ ਪੈਨਸ਼ਨ ਮਿਲ ਸਕਦੀ ਹੈਗੀ ਹੈ। ਸੋ ਰੱਬ ਨਾ ਕਰੇ, ਸਪੋਜ਼ ਕਰੋ ਕਿ ਤੁਹਾਡੀ ਡੈਥ ਅਰਲੀ ਹੋ ਗਈ ਔਰ ਤੁਹਾਡੇ ਬੱਚੇ ਹੈਗੇ ਨੇ, ਤੁਹਾਡੇ ਬੱਚੇ ਨੂੰ ਪੈਨਸ਼ਨ ਲੱਗ ਜਾਂਦੀ, ਉਹਨਾਂ ਨੂੰ ਲੱਗ ਜਾਏਗੀ ਉਹ। ਯੈਸ। ਓਕੇ, ਹੁਣ ਉਮਰ ਮੇਰੀ 60 ਸਾਲ ਜਾਂ 65 ਸਾਲ ਦੀ ਹੈ, ਪਰ ਪਿਛਲੇ 50 ਸਾਲਾਂ ਤੋਂ ਮੈਂ ਕੋਈ ਕੰਮ ਨਹੀਂ ਕਰ ਰਿਹਾ, ਫਿਰ ਉਸ ਕੇਸ ਵਿੱਚ ਮੈਨੂੰ ਪੈਨਸ਼ਨ ਮਿਲੂ? ਸੋ ਕੁਐਸਚਨ ਇਹੀ ਆਉਂਦਾ ਜੀ, ਜਦੋਂ ਆਪਾਂ 39 ਸਾਲ ਦੀ ਗੱਲ ਕਰਦੇ ਆ ਜੀ, ਕਿ 39 ਸਾਲ ਦੇ ਵਿੱਚ ਜਦੋਂ ਮੈਂ ਕਿਹਾ ਸੀ ਕਿ ਤੁਸੀਂ ਕਿੰਨੀ ਕੰਟਰੀਬਿਊਟ ਕੀਤੀ, ਕਿਹੜੇ ਟਾਈਮ ਦੇ ਉੱਤੇ ਕੰਟਰੀਬਿਊਟ ਕੀਤੀ ਜੀ, ਰਾਈਟ। ਸਪੋਜ਼ ਕਰੋ ਕਿ ਮੈਂ ਪਹਿਲਾਂ ਜਦੋਂ ਆਇਆ 40 ਸਾਲ 'ਚ ਆਇਆ, ਮੈਂ ਉਦੋਂ ਸ਼ੁਰੂ ਕੀਤੀ ਹੈ, ਅਤੇ ਮੈਂ ਪੂਰਾ ਕੰਮ ਕਰਦਾ ਰਿਹਾ। ਸੋ ਦੈਟ ਮੀਨਸ ਤੁਸੀਂ ਕੰਮ 60 ਸਾਲ ਤੋਂ ਸ਼ੁਰੂ ਕੀਤੀ ਪੈਨਸ਼ਨ, ਤਾਂ 20 ਸਾਲ ਤੋਂ ਇਹ ਕੰਟਰੀਬਿਊਸ਼ਨ ਫੁੱਲ ਕੀਤੀ ਹੈਗੀ ਹੈ। ਸਪੋਜ਼ਿਟਲੀ ਕਿ ਮੈਂ ਵਿੱਚੋਂ ਰੱਬ ਨਾ ਕਰੇ ਬਿਮਾਰ ਹੋ ਗਿਆ ਸੀਗਾ, ਅਤੇ ਵਿੱਚੋਂ ਮੇਰੇ 5 ਸਾਲ ਦੀ ਬ੍ਰੇਕ ਹੋ ਗਈ, ਮਤਲਬ ਮੈਂ 20 ਸਾਲ ਨਹੀਂ 15 ਸਾਲ ਕੰਟਰੀਬਿਊਟ ਕੀਤਾ। ਹੋ ਸਕਦਾ ਹੈ ਕਿ 55 ਦੇ ਉੱਤੇ ਹੀ ਮੈਂ ਰਿਟਾਇਰ ਹੋ ਗਿਆ ਜੀ, ਨਹੀਂ ਹੁੰਦਾ ਕੰਮ ਜੀ। ਠੀਕ ਹੈ ਜੀ। ਹੁਣ 60 ਸਾਲ ਦੀ ਉਮਰ ਆ ਗਈ, 55 ਦੀ ਪੈਨਸ਼ਨ ਤਾਂ ਮਿਲਣੀ ਨਹੀਂ, ਰਿਟਾਇਰ ਤਾਂ 55 ਦੇ ਹੋ ਗਏ, ਪੈਨਸ਼ਨ ਤਾਂ ਮਿਲਣੀ ਨਹੀਂ। ਹੁਣ 60 ਸਾਲ ਦੀ ਉਮਰ ਆਈ ਤੇ ਪੈਨਸ਼ਨ ਮੈਂ ਅਪਲਾਈ ਕਰਨੀ ਹੈਗੀ ਹੈ, ਪੈਸੇ ਮਿਲਣੇ ਹੈਗੇ ਨੇ। ਸੋ ਮਤਲਬ ਪਿਛਲੇ 5 ਸਾਲ ਤੋਂ ਮੈਂ ਕੰਟਰੀਬਿਊਟ ਨਹੀਂ ਕੀਤਾ। ਬਿਲਕੁਲ, ਉਹ ਕਹਿੰਦੇ ਜੀ ਕਿ ਫਾਰਮੂਲਾ ਸੀਗਾ ਕਿ ਤੁਸੀਂ ਕਿੰਨੇ ਸਾਲ ਕੰਟਰੀਬਿਊਟ ਕੀਤਾ ਵਾ, ਕਿਹੜੇ ਸਾਲ 'ਚ ਕੰਟਰੀਬਿਊਟ ਕੀਤਾ ਵਾ, ਕਿੰਨਾ ਹਾਈ ਸੀਗਾ, ਕਿੰਨਾ ਲੋ ਸੀਗਾ। ਉਹਦੇ ਵਿੱਚ ਮੈਂ ਉਹੀ ਗੱਲ ਕਹਿ ਰਿਹਾ ਸੀ ਕਿ ਜਿਹੜੇ CPP ਫੰਡ ਹੈਗਾ ਨਾ, ਉਹ ਇੱਕ ਚੀਜ਼ ਬੈਟਰ ਕਰਦਾ ਵਾ, ਤੁਹਾਡੇ ਨਾ 5 ਬੈਸਟ ਈਅਰਸ ਕਾਊਂਟ ਕਰਦਾ ਵਾ। ਅੱਛਾ ਜੀ। ਸੋ ਤੁਸੀਂ ਪਿਛਲੇ 5 ਸਾਲ ਜ਼ੀਰੋ ਹੋ, ਤੁਸੀਂ ਤੁਹਾਡਾ ਕਰਵ ਜਿਹੜਾ ਹੈਗਾ ਵਾ ਉਹ ਥੱਲੇ ਚਲਾ ਗਿਆ ਜੀ। ਉਹਨੇ ਨਾ ਉਹ ਪਿਛਲੇ 5 ਸਾਲ ਨਹੀਂ ਗਿਣਨੇ, ਉਹਨੇ ਪਿਛਲੇ ਹੋਰ 5 ਸਾਲ ਗਿਣਨੇ ਜਦੋਂ ਮੈਕਸਿਮਮ ਕੰਟਰੀਬਿਊਟ ਕੀਤਾ ਸੀਗਾ। ਓਕੇ, ਸੋ ਤੁਹਾਡੀ ਪੈਨਸ਼ਨ ਐਕਚੁਅਲੀ ਜ਼ਿਆਦਾ ਹੋ ਜਾਂਦੀ ਹੈ, ਈਵਨ ਤੁਸੀਂ ਕੰਟਰੀਬਿਊਟ ਨਹੀਂ ਕੀਤਾ। ਅੱਛਾ। ਸੋ ਇਸ ਆਲਸੋ, ਸੋ ਕਈ ਵਾਰੀ ਅਸੀਂ ਇੱਕ ਇਹ ਵੀ ਟਿਪ ਹੈਗੀ ਹੈ ਜੀ, ਕਿ ਜੇ ਤੁਸੀਂ ਅਰਲੀ ਰਿਟਾਇਰ ਹੋ ਗਏ ਹੋ, 55 ਤੇ ਰਿਟਾਇਰ ਹੋ ਗਏ ਹੋ, ਫਿਰ 65 ਦੀ ਵੇਟ ਨਾ ਕਰੋ, 60 ਤੇ ਪੈਨਸ਼ਨ ਲੈ ਲਓ। 60 ਤੇ ਪੈਨਸ਼ਨ ਲੈ ਲਓ। 65 ਤੇ ਫਾਰਮੂਲਾ 10 ਸਾਲ ਵਾਲਾ ਹੋ ਜਾਣਾ, ਜ਼ੀਰੋ ਵਾਲਾ ਜੀ। ਪਿਛਲੇ ਤੁਸੀਂ ਕਿੰਨੇ ਸਾਲ ਕੰਟਰੀਬਿਊਟ ਕੀਤਾ ਜੀ? ਤੁਸੀਂ 40 ਸਾਲ ਦੇ ਸੀਗੇ, 20 ਸਾਲ ਸੀਗਾ, 5 ਸਾਲ ਨਹੀਂ ਕੀਤਾ, 75% ਹੋ ਜੀ। 65 ਤੇ ਕਰਦੇ ਹੋ ਤੁਸੀਂ, 10 ਆਊਟ ਆਫ 25 ਨਹੀਂ ਕੰਟਰੀਬਿਊਟ ਕੀਤਾ, ਪਰਸੈਂਟੇਜ ਘੱਟ ਗਈ ਨੈਚੁਰਲੀ। ਸੋ ਜੇ ਤੁਸੀਂ ਅਰਲੀ ਹੋ ਗਏ ਹੋ 60 ਤੇ ਹੀ ਕਰ ਦਿਓ, ਫਿਰ ਤੁਸੀਂ ਉਹ 36% ਵੀ ਗਵਾ ਲਓ ਆਪਣਾ। ਬਿਲਕੁਲ ਠੀਕ ਹੈ, ਪੈਨਸ਼ਨ ਜ਼ਿਆਦਾ ਮਿਲੇ। ਅੱਛਾ, ਇੱਕ ਸਵਾਲ ਸੀ ਜੀ, ਓਲਡ ਏਜ ਪੈਨਸ਼ਨ ਵੈਸੇ ਕਿੰਨੀ ਹੁੰਦੀ ਹੈ ਜੀ? ਇਹ ਵੀ ਡਿਪੈਂਡ ਕਰਦਾ, ਚੇਂਜ ਹੁੰਦੀ ਹੈ? ਸੋ ਓਲਡ ਏਜ ਦਾ ਵੀ ਫਿਕਸਡ ਅਮਾਊਂਟ ਹੈਗਾ ਜੀ, ਹਰ ਸਾਲ ਉਹ ਅਮਾਊਂਟ ਚੇਂਜ ਦਾ। ਆਪਾਂ 1433 ਹੈ ਉਹਦਾ, 800 ਕੁਛ ਨੰਬਰ ਹੈਗਾ ਵਾ ਉਹਦਾ, ਅਤੇ ਉਹ ਵੀ ਹਰ ਸਾਲ ਚੇਂਜ ਹੁੰਦਾ ਹੈਗਾ ਵਾ, ਡਿਪੈਂਡਿੰਗ ਔਨ ਇਨਫਲੇਸ਼ਨ। ਗਵਰਨਮੈਂਟ ਉਹਦਾ ਨੰਬਰ ਕੱਢਦੀ ਹੈਗੀ ਨਾ ਆਪਣਾ, ਅਤੇ ਉਹ ਵੀ ਡਿਪੈਂਡ ਕਰਦਾ ਤੁਸੀਂ ਕਿੰਨੇ ਸਾਲ
ਆਪਣੇ ਕੈਨੇਡਾ ਦੇ ਵਿੱਚ ਰਹੇ ਹੋ, ਉਹਦਾ ਰੈਜ਼ੀਡੈਂਸ ਟਾਈਮ, ਪਹਿਲੀ ਗੱਲ ਤਾਂ ਉਹਦੀ ਐਲੀਜੀਬਿਲਿਟੀ ਹੈਗੀ ਕਿ 10 ਸਾਲ ਤੁਹਾਨੂੰ ਇੱਥੇ ਰਹਿਣਾ ਪੈਣਾ ਹੈਗਾ ਵਾ। ਜੀ 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 ਜੀ। ਸੋ ਹੁਣ ਅਗਰ ਸਪੋਜ਼ ਕੋਈ 18 ਸਾਲ ਤੇ ਆਇਆ ਸੀਗਾ, ਉਹਨੇ ਤਾਂ ਪੂਰਾ ਸਾਲ ਰਹਿ ਲਿਆ ਇੱਥੇ ਜੀ, ਸਾਰੇ ਸਾਲ ਰਹਿ ਲਿਆ, 65 ਦੇ ਉੱਤੇ ਮਿਲਣੀ ਹੈ ਪੈਨਸ਼ਨ। ਉਹ 65 ਤੋਂ ਪਹਿਲਾਂ ਨਹੀਂ ਮਿਲਦੀ ਜੀ, ਪਹਿਲਾਂ 65, ਸੋ ਉਹਨੂੰ ਤਾਂ ਫੁੱਲ ਮਿਲ ਜਾਣੀ ਹੈ। ਪਰ ਹੁਣ ਕੋਈ ਮੇਰੇ ਵਰਗਾ ਬੰਦਾ 55 ਸਾਲ ਦੇ ਵਿੱਚ ਆਇਆ, ਲੇਟ ਆਇਆ ਆ ਕੇ, ਤਾਂ ਉਹਦੇ ਕੋਲ ਸਿਰਫ 10 ਸਾਲ ਹੀ ਸੀਗੇ ਇੱਥੇ ਰਹਿਣ ਦੇ, ਤਾਂ ਉਹਨੂੰ ਪੈਨਸ਼ਨ ਘੱਟ ਮਿਲਣੀ ਹੈ ਜੀ, ਉਹਨੂੰ ਪਰਸੈਂਟੇਜ ਘੱਟ ਹੋਏਗੀ, ਕਾਫੀ ਜ਼ਿਆਦਾ ਘੱਟ ਹੋਏਗੀ। ਤੇ ਇੱਕ ਥੋੜ੍ਹਾ ਜਿਹਾ ਦੱਸੋ ਕਿ ਕੀ ਜਿਹੜਾ RRP ਅਕਾਊਂਟ ਦੇ ਵਿੱਚੋਂ, RRP ਮੇਰੇ ਖਿਆਲ RRSP ਕਹਿੰਦੇ ਹੋਣਗੇ ਇਹ, ਜਾਂ ਤਾਂ RRSP ਕਹਿਣਗੇ ਜਾਂ ਇਹ ਕਹਿਣਗੇ ਰਜਿਸਟਰਡ ਪੈਨਸ਼ਨ ਪਲਾਨ, ਜਿਹੜਾ ਮੈਂ ਪਹਿਲਾਂ ਕਿਹਾ ਸੀ ਕਿ ਪ੍ਰਾਈਵੇਟ ਪੈਨਸ਼ਨ ਜੀ, ਹੋ ਸਕਦੀ ਹੈ, ਡਿਪੈਂਡ ਕਰਦਾ ਹੁਣ ਉਹ ਕੀ ਕਹਿ ਰਹੇ ਨੇ। ਸੋ ਉਹਨਾਂ ਦਾ ਕੁਐਸਚਨ RRP ਲਿਖਿਆ ਉਹਨਾਂ ਨੇ ਕਿ ਕੀ ਅਸੀਂ RRP ਚੋਂ ਪੈਸੇ ਕਢਾ ਸਕਦੇ ਹਾਂ? ਮੈਨੂੰ ਲੱਗਦਾ RRSP ਹੋਈ RRSP ਲੱਗਦੀ ਪਈ ਹੈ ਜੀ। ਯਾ ਦੈਟਸ ਡਿਫਰੈਂਟ ਜੀ, ਉਹਦਾ ਕੋਈ ਲਿੰਕ ਨਹੀਂ ਹੈ ਇਸ ਪੈਨਸ਼ਨ ਪਲਾਨ। ਆਈ ਨੋ ਅਸੀਂ ਉਹਨੂੰ ਕਹਿੰਦੇ ਹੀ ਹਾਂ ਰਜਿਸਟਰਡ ਰਿਟਾਇਰਮੈਂਟ ਸੇਵਿੰਗਸ ਪਲਾਨ, ਰਿਟਾਇਰਮੈਂਟ ਵਰਡ ਯੂਜ਼ ਕਰਦੇ ਹਾਂ ਉਹਦੇ ਨਾਲ ਨਾ, ਲੇਕਿਨ ਯੈਸ ਐਬਸੋਲਿਊਟਲੀ ਤੁਸੀਂ ਪੈਸੇ ਕਢਾ ਸਕਦੇ ਹੋ, ਜਸ ਤੁਹਾਡੇ ਪੈਸੇ ਨੇ, ਹੋ ਜਦੋਂ ਮਰਜ਼ੀ, ਜਦੋਂ ਕਢਾਓਗੇ ਉਹ 'ਤੇ ਟੈਕਸ ਪੇ ਕਰਨਾ ਪੈਣਾ, ਬਸ ਇਹ ਫਰਕ ਹੈਗਾ ਵਾ। ਤੇ ਅੱਛਾ, ਜਦੋਂ ਮਰਜ਼ੀ ਕਢਾ ਸਕਦੇ, ਜਦੋਂ ਮਰਜ਼ੀ ਕਢਾ ਸਕਦੇ ਹੋ, ਲੇਕਿਨ ਟੈਕਸ ਪੇ ਹੋਣਾ ਉਹਦੇ 'ਤੇ। ਰਾਈਟ ਜੀ। ਅਪ ਟੂ ਦਾ ਏਜ ਆਫ 71, ਉਸ ਤੋਂ ਬਾਅਦ ਮੈਂਡੇਟਰੀ ਵਿਡਰਾਲ ਹੋ ਜਾਂਦੀ ਹੈ ਜੀ। ਤੇ ਫਾਈਨਲ ਵਰਡਸ ਮਦਾਨ ਸਾਹਿਬ? ਫਾਈਨਲ ਵਰਡਸ ਮੈਂ ਇਹ ਕਹਾਂਗਾ ਜੀ, ਕੁਝ ਚੀਜ਼ਾਂ ਜਿਹੜੀਆਂ ਹੈਗੀਆਂ ਨਾ, ਮੈਂ ਇੱਕ ਟਿਪਸ ਵੱਲੋਂ ਇਹ ਕਹਾਂਗਾ ਕਿ ਚੀਜ਼ਾਂ ਮਿਸ ਹੋ ਜਾਂਦੀਆਂ ਮੋਸਟਲੀ CPP ਦੇ ਨਾਲ। ਜਨਰਲੀ ਲੋਕਾਂ ਨੂੰ ਇਹੀ ਪਤਾ ਕਿ CPP ਪੈਨਸ਼ਨ ਸਾਨੂੰ ਮਹੀਨੇ ਦੀ ਲੱਗਦੀ ਹੈ, ਸਭ ਕੁਝ ਲੱਗਦੀ ਹੈ। 4 ਵਰਡ, ਇੱਕ CPP ਡਿਸੇਬਿਲਿਟੀ ਬੈਨੀਫਿਟ, ਰੱਬ ਨਾ ਕਰੇ ਤੁਹਾਨੂੰ ਡਿਸੇਬਿਲਿਟੀ ਹੋ ਜਾਂਦੀ ਹੈਗੀ ਹੈ, ਤੇ ਆਪਣੀ CPP ਦੀ ਪੈਨਸ਼ਨ ਤੁਸੀਂ ਅਰਲੀ ਅਪਲਾਈ ਕਰ ਸਕਦੇ ਹੋ, ਤੁਹਾਨੂੰ 60 ਦੀ ਵੇਟ ਕਰਨ ਦੀ ਜ਼ਰੂਰਤ ਨਹੀਂ ਹੈ ਜੀ। ਠੀਕ ਹੈ, ਤੁਹਾਨੂੰ ਉਹ ਨਾਲ ਆਫ ਕੋਰਸ ਤੁਹਾਡੀ ਇਨਕਮ ਖਤਮ ਹੋ ਗਈ ਹੈ, ਤੁਸੀਂ ਜਲਦੀ ਪੈਸੇ ਲੈ ਸਕਦੇ ਹੋ। CPP ਸਰਵਾਈਵਰ ਪੈਨਸ਼ਨ ਜਿਹੜੀ ਮੈਂ ਬੱਚਿਆਂ ਦੀ ਕਹੀ ਹੈਗੀ ਹੈ, ਉਹ ਪਲੀਜ਼ ਮਿਸ ਨਾ ਕਰੋ। ਅਗਰ ਤੁਸੀਂ ਮਿਸ ਉਹਨੂੰ ਅਪਲਾਈ ਕਰਨਾ ਪੈਂਦਾ ਹੈਗਾ, ਆਟੋਮੈਟਿਕ ਨਹੀਂ ਹੁੰਦੀ ਹੈਗੀ। ਅੱਛਾ ਠੀਕ ਹੈ, ਅਗਰ ਤੁਸੀਂ ਮਿਸ ਕਰ ਦਿੱਤੀ ਤਾਂ 11 ਮਹੀਨੇ ਤੋਂ ਜ਼ਿਆਦਾ ਤੁਹਾਨੂੰ ਪੈਨਸ਼ਨ ਨਹੀਂ ਮਿਲਣੀ ਹੈਗੀ। CPP ਡੈਥ ਬੈਨੀਫਿਟ ਹੈਗਾ $2500, ਤਾਂ ਮੋਸਟਲੀ ਫਿਊਨਰਲ ਹੋਮ ਵਾਲੇ ਅਪਲਾਈ ਤੁਹਾਡੇ ਵਾਸਤੇ ਕਰ ਦਿੰਦੇ ਹੈਗੇ ਨੇ ਜੀ, ਜਾਂ ਤੁਹਾਡੀ ਹੈਲਪ ਕਰ ਦਿੰਦੇ ਹੈਗੇ ਨੇ, ਪਰ ਤੁਸੀਂ ਉਹਨੂੰ ਭੁੱਲੋ ਨਾ ਜੀ, ਉਹਨੂੰ ਵੀ। ਬਿਲਕੁਲ ਠੀਕ। ਠੀਕ ਹੈ ਜੀ। ਰੈਸਟ ਇਜ਼ ਆਫ ਕੋਰਸ ਯੂਰ ਟੈਕਸ ਪਲੈਨਿੰਗ, ਤੁਸੀਂ 60 ਤੇ ਲੈਣੀ ਹੈ, 65 ਤੇ ਲੈਣੀ ਹੈ, ਪਲੀਜ਼ ਟਾਕ ਟੂ ਯੂਰ ਅਕਾਊਂਟੈਂਟ ਔਰ ਫਾਈਨੈਂਸ਼ੀਅਲ ਪਲੈਨਰ, ਉਹਦੇ ਨਾਲ ਆਪਣਾ ਹੈਲਪ ਹੈ। ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ ਮਦਾਨ ਸਾਹਿਬ, ਸਾਡੇ ਨਾਲ ਸ਼ਾਮਲ ਹੋਣ ਲਈ, ਜਾਣਕਾਰੀ ਦੇਣ ਲਈ ਬਹੁਤ ਧੰਨਵਾਦ। ਥੈਂਕ ਯੂ ਰਿਸ਼ੀ ਜੀ, ਥੈਂਕ ਯੂ ਐਪਰੀਸ਼ੀਏਟ। ਸਰ।